ਸਤਨਾਮ। ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨਹੁ ਆਪੇ। ਹਮ ਰੁਲਤੇ ਫਿਰਤੇ कोई बात ना पूछता, गुर सतगुर संग कीरे हम थापे। धन धन गुरु नानक जन केरा, जित मिले चुके सब सोग संतापे। सतनाम। श्री वाहिगुरु जी। हुक्मी होवन आकार, हुक्म ना कहे आ जाई। हुक्मी होवन जीय, हुक्म मिलै वडियाई। हुक्मी होवन आकार, हुक्म न कहे आ जाई। हुक्मी होवन जीय, हुक्म मिलै वडियाई। हुक्मी उत्तम नीच, हुक्म लिख दुख सुख पाइया है। इकना हुक्मी बख्शीस, एक हुक्मी सदा पवाई है। हुक्म अंदर सबको, बाहर हुक्म न कोय। नानक हुक्म जे बुझै, तहौ मैं कहे न कोय। गावे को तान, होवे किसै तान। गावे को दात जाने निशान। गावे को गुण वडियाइयां चार। गावे को विद्या विखम विचार। गावे को
ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਦੂਰ ਕਥ ਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਜੀ ਹਾਜ਼ਰੀਆਂ ਭਰ ਕੇ ਦਾਤਾਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਕੱਲ ਦੇ ਦੀਵਾਨ ਦੇ ਵਿੱਚ ਇੱਕ ਪੌੜੀ ਤੱਕ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਜਿਹੜੀ ਸੀ ਉਹ ਸਾਂਝੀ ਕੀਤੀ ਹੈ। ਅਗਲੇਰੀਆਂ ਦੋ ਪੌੜੀਆਂ ਹਨ, ਉਹਨਾਂ ਦਾ ਪਾਠ ਮੂਲ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਰਹਿਮਤ ਕਰਨ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਸਕੀਏ। ਮਨ ਬਿਰਤੀਆਂ ਇਕਾਗਰ ਕਰਦੇ ਆ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣਾ ਕਰੀਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਨ, ਆਪਣੀ ਬਾਣੀ ਦੀ ਵਿਚਾਰ ਆਪ ਹੀ ਕਰਾ ਲੈਣ। ਆਪ ਸੰਗਤ ਬਖਸ਼ੋ ਅਸੀਸ। ਪਿਆਰ ਸਤਿਕਾਰ ਦੇ ਨਾਲ ਹਾਜ਼ਰੀ ਗੁਰੂ ਚਰਨਾਂ ਵਿੱਚ ਲਗਵਾਓ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਕੱਲ ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਪਹਿਲੀ ਪੌੜੀ ਦੀ ਵਿਚਾਰ ਸੰਪੂਰਨ ਹੋਈ ਤੇ ਉਸ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੇ ਪਾਲ। ਔਰ ਮਾਲਕ ਦਾ ਨਾਲ ਹੁਕਮ ਸੀ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਸਤਿਆਰ ਸਿੱਖ ਬਣਨਾ ਤੇ ਉਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਹੁਕਮ ਦੇ ਵਿੱਚ ਰਹਿਣਾ, ਰਜਾ ਦੇ ਵਿੱਚ ਰਾਜੀ ਹੋ ਜਾਣਾ। ਜੋ ਹੋਇਆ ਹੈ ਉਹਨੂੰ ਤਸਲੀਮ ਕਰ ਲੈਣਾ ਔਰ ਤਸਲੀਮ ਕਰ ਲੱਗਿਆ ਗਿਲਾ ਕੋਈ ਨਹੀਂ ਕਰਨਾ। ਇਹ ਕਹਿਣਾ ਕਿ ਮੇਰੇ ਮਾਲਿਕ ਨੇ ਜੋ ਕੀਤਾ ਹੈ ਉਹ ਸੱਚ ਹੈ ਤੇ ਮੇਰੇ ਵਾਸਤੇ ਠੀਕ ਹੈ। ਜੇਕਰ ਕੋਈ ਵੀ ਸਾਡੇ ਜੀਵਨ ਦੇ ਵਿੱਚ ਜਦੋਂ ਹੁਕਮ ਜਾਂ ਭਾਣਾ ਵਰਤਦਾ ਹੈ ਤੇ ਅਸੀਂ ਜੇਕਰ ਦੁਖੀ ਹੋਨੇ ਉਹਦੇ ਵਾਸਤੇ ਫਿਰ ਅਸੀਂ ਰਾਜੀ ਨਹੀਂ ਆ। ਸਾਡੇ ਮਨ ਦੇ ਵਿੱਚ ਫਿਰ ਇਹ ਫੁਰਨਾ ਹੁੰਦਾ ਹੈ ਕਿ ਅਸੀਂ
परमात्मा ने जो किया वो साडे नाल ठीक नहीं होया। महाराज सच्चे पातशाह जी आखते ने, जब लग हुक्म ना बूझता तब ही लो दुखिया। जिन्नी देर तक सानू इस गल की समझ नहीं आएगी कि हुक्म है कि ਜਾਂ ਅਸੀਂ ਆਪਣੇ ਆਪ ਨੂੰ परमात्मा ਦੇ ਹੁਕਮ ਦੇ ਵਿੱਚ ਸਮਰਪਿਤ ਨਹੀਂ ਕਰ ਦਿੰਦੇ, ਉਨੀ ਦੇਰ ਤੱਕ ਅਸੀਂ ਦੁੱਖ ਨੂੰ ਦੁੱਖ ਕਰਕੇ ਜਾਣਦੇ ਹਾਂ। ਪਰ ਜਿਸ ਦਿਨ परमात्मा ਦੀ ਕਿਰਪਾ ਹੋ ਜਾਂਦੀ ਹੈ, ਉਸ ਦਿਨ ਫਿਰ ਦੁੱਖ ਜਿਹੜਾ ਹੈ ਉਹ ਦੁੱਖ ਨਹੀਂ ਹੁੰਦਾ, ਉਹ परमात्मा ਦਾ ਹੁਕਮ, परमात्मा ਦੀ ਰਜ਼ਾ ਹੈ ਤੇ ਉਸ ਰਜ਼ਾ ਦੇ ਵਿੱਚੋਂ परमात्मा ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਅਸੀਂ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਰਾਜ਼ੀ ਰਹਿ ਸਕੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜੋ ਹੁਕਮ ਅਸੀਂ ਮੰਨਾਂਗੇ ਇਹ ਸਾਡੇ ਨਾਲ ਲਿਖਿਆ ਜਾਣਾ ਹੈ। ਔਰ ਐਸੀ ਮਹਾਰਾਜ ਕਹਿੰਦੇ ਨੇ ਕੋਈ ਵੀ ਹਸਤੀ, ਵਿਅਕਤੀ, ਸ਼ਕਤੀ ਨਹੀਂ ਕਿ ਜਿਹੜੀ परमात्मा ਦੇ ਹੁਕਮ ਦੇ ਵਿੱਚੋਂ ਬਾਹਰ ਹੋਵੇ ਜਾਂ परमात्मा ਦੇ ਹੁਕਮ ਵਿੱਚ ਨਹੀਂ ਹੈ। ਦੁਨੀਆ ਦੇ ਵਿੱਚ ਬਹੁਤ ਸਾਰੇ ਸ਼ਕਤੀਸ਼ਾਲੀ ਜਿਹੜੇ ਨੇ ਉਹ ਲੋਕ ਹੋਏ ਨੇ। ਰਾਜੇ ਮਹਾਰਾਜੇ ਐਸੇ ਸੰਸਾਰ ਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਦੁਨੀਆ ਦੇ ਉੱਤੇ ਕਬਜ਼ਾ ਕਰਾਂਗੇ। ਐਸੇ ਰਾਜੇ ਮਹਾਰਾਜੇ ਵੀ ਹੋਏ ਜਿਹੜੇ ਇਹ ਸੋਚਦੇ ਸੀ ਕਿ ਜਦੋਂ ਕੋਲ ਤਾਕਤ ਆਈ ਤੇ ਉਸ ਤਾਕਤ ਦੇ ਨਾਲ ਅਸੀਂ ਦੁਨੀਆ ਨੂੰ ਆਪਣਾ ਨਾਮ ਜਪਾਵਾਂਗੇ ਤੇ ਆਪਣੀ ਪੂਜਾ ਕਰਾ ਲਵਾਂਗੇ। ਪਰ ਹੋਇਆ ਇਸ ਤਰ੍ਹਾਂ ਨਹੀਂ। परमात्मा ਦਾ ਹੁਕਮ ਜਿਹੜਾ ਹੈ ਉਹ ਸਾਰਿਆਂ ਦੇ ਉੱਪਰ ਚੱਲਿਆ ਤੇ ਮਹਾਰਾਜ ਕਹਿੰਦੇ ਨੇ ਕਿ ਉਹ ਹੁਕਮ ਹੀ ਹੈ ਕਿ ਜਿਹੜਾ ਜਿੰਦ ਕੱਢ ਲੈਂਦਾ ਹੈ ਤੇ ਜਿੰਦ ਪਾ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਇੱਕ ਬਚਨ ਆਖਦੇ ਨੇ ਪਾਵਨ ਬਾਣੀ ਦੇ ਅੰਦਰ, ਹੁਕਮ ਕੀ ਹੈ? ਮਹਾਰਾਜ ਆਖਦੇ ਨੇ, ਜੰਮਣ ਮਰਨਾ ਹੁਕਮ ਹੈ। ਅਸੀਂ ਜਦੋਂ ਘਰ ਦੇ ਵਿੱਚ ਕੋਈ ਜੀ ਜਨਮੇ, ਅਸੀਂ ਉਹਨੂੰ ਇਹ ਨਹੀਂ ਆਖਦੇ ਕਿ ਹੁਕਮ ਹੈ ਜੀ ਜੰਮਿਆ ਹੈ। ਪਰ ਜਦੋਂ ਉਸ ਪਰਿਵਾਰ ਦੇ ਵਿੱਚ ਕੋਈ ਜੀ ਚੜ੍ਹਾਈ ਕਰਦਾ ਹੈ ਤੇ ਉਦੋਂ ਜ਼ਰੂਰ ਆਖ ਦਿੰਦੇ ਆ, ਭਾਵੇਂ ਬੱਧਾ ਚੱਕੀ ਆਖੀਏ ਕਿ ਨਹੀਂ ਜੀ ਹੁਕਮ ਸੀ, ਹੋ ਗਿਆ ਇਸ ਤਰ੍ਹਾਂ। ਪਰਿਵਾਰ ਦੇ ਵਿੱਚ ਬੱਚਾ ਜਨਮ ਲੈਂਦਾ ਤੇ ਅਸੀਂ ਕਦੀ ਵੀ ਨਹੀਂ ਕਹਿੰਦੇ ਕਿ परमात्मा ਦਾ ਭਾਣਾ ਹੈ। ਭਾਣੇ ਦੇ ਵੈਸੇ ਸਾਨੂੰ ਅਜੇ ਤੱਕ ਨਾ ਅਸੀਂ ਅਰਥ ਨਹੀਂ ਸਮਝ ਸਕੇ। ਭਾਣੇ ਦੇ ਅਰਥ ਨੇ ਕਿ ਜੋ ਰੱਬ ਨੂੰ ਚੰਗਾ ਲੱਗਿਆ ਹੈ, ਉਹਨੂੰ ਭਾ ਗਿਆ ਹੈ, ਜੋ ਉਹਨੂੰ ਚੰਗਾ। ਵੈਸੇ ਵੀ ਅਸੀਂ ਭਾਵੇਂ ਸਾਡੀ ਮਰਜ਼ੀ ਨਾ ਵੀ ਹੋਵੇ ਨਾ, ਤੇ ਇਹ ਗੱਲ ਸੱਚੀ ਜੇ ਅਸੀਂ ਭਾਵੇਂ ਜੋ ਮਰਜ਼ੀ ਆਖੀ ਜਾਈਏ ਇਸ ਤਰ੍ਹਾਂ ਨਾ ਹੋਵੇ, ਪਰ ਹੁੰਦਾ ਅਸਲ ਦੇ ਵਿੱਚ ਉਹ ਹੈ ਜੋ परमात्मा ਕਰਦਾ ਪਿਆ ਹੈ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਬਚਨ ਮਿਲਦੇ ਨੇ। ਮਹਾਰਾਜ ਆਖਦੇ ਨੇ ਕਿ ਬੀਓ ਪੂਛ ਨਾ ਮਸਲਤ ਧਰੇ। ਮਸਲਤ ਦਾ ਅਰਥ ਹੁੰਦਾ ਹੈ ਸਲਾਹ ਕਰਨੀ, ਤੇ ਬੀਓ ਪੂਛ ਤੋਂ ਭਾਵ ਹੈ ਨਾ ਤੇ ਉਹ ਕਿਸੇ ਨੂੰ ਪੁੱਛਦਾ ਨੇ ਤੇ ਨਾ ਹੀ ਉਹ ਕਿਸੇ ਨਾਲ ਸਲਾਹ ਕਰਦਾ। ਜੋ ਕਿਛ ਕਰੇ ਸੋ ਆਪੇ ਕਰੇ, ਜੋ ਉਹਦੇ ਮਨ ਦੇ ਵਿੱਚ ਆਉਂਦਾ ਹੈ, ਜੋ ਉਹਦਾ ਮਨ, ਚਲੋ ਸ਼ਬਦ ਅਸੀਂ ਵਰਤਦੇ ਰਹਿੰਦੇ ਆ, ਪਰ ਜੋ ਉਹ ਚਾਹੁੰਦਾ ਪਿਆ ਹੈ ਉਹ ਕਰਦਾ ਪਿਆ ਹੈ, ਉਹਦੇ ਹੁਕਮ ਤੋਂ ਬਾਹਰ ਹੈ ਹੀ ਕੁਝ ਨਹੀਂ ਆ। ਤੇ ਜਨਮ ਲੈਣਾ ਵੀ ਮਹਾਰਾਜ ਕਹਿੰਦੇ ਨੇ ਭਾਣਾ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੇਖੋ ਕਿੰਨੀ ਕਿਰਪਾ ਹੈ ਸਾਡੇ ਤੇ। ਜੇ ਰੱਬ ਸਾਡੇ ਤੇ ਖੁਸ਼ ਨਾ ਹੁੰਦਾ, ਸ਼ਾਇਦ ਡਾਕਟਰ ਰਵਿੰਦਰਨਾਥ ਟੈਗੋਰ ਨੇ ਇਹ ਗੱਲ ਲਿਖੀ ਆ। और डॉक्टर रविंद्रनाथ टैगोर ਇਹ ਗੱਲ ਲਿਖਦਾ ਹੈ ਕਿ ਲਗਾ ਰੱਬ ਅਜੇ ਵੀ ਧਰਤੀ ਵਾਲਿਆਂ ਦੇ ਉੱਤੇ ਖੁਸ਼ ਆ। ਰੱਬ परमात्मा ਜਿਹੜਾ ਹੈ ਅਜੇ ਵੀ ਇਨਸਾਨੀਅਤ ਦੇ ਉੱਤੇ ਖੁਸ਼ ਆ। ਜੇ ਖੁਸ਼ ਨਾ ਹੁੰਦਾ ਤੇ ਉਹਨੇ ਇਨਸਾਨਾਂ ਨੂੰ ਜਨਮ ਨਹੀਂ ਸੀ ਦੇਣਾ। ਇੱਥੇ ਇਨਸਾਨ ਪੈਦਾ ਹੋਣ ਨੂੰ ਹਟ ਜਾਣੇ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸੀਂ ਜਨਮੇ ਉਹਦੇ ਭਾਣੇ ਦੇ ਵਿੱਚ। ਜੇ ਅਸੀਂ ਜਾਵਾਂਗੇ ਇਸ ਸੰਸਾਰ ਤੋਂ ਉਦੋਂ ਵੀ ਭਾਣਾ ਹੋਏਗਾ। ਇਹ ਗੱਲ ਵੱਖਰੀ ਆ ਕਿ ਅਸੀਂ ਉਹਨੂੰ ਖਿੜੇ ਮੱਥੇ ਮੰਨਦੇ ਆ ਕਿ ਜਾਂ ਉਹਦੇ ਖਿਲਾਫ ਖੜੇ ਹੋ ਜਾਂਦੇ ਆ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿੱਦਣ ਸਰੀਰ ਛੱਡਣਾ ਹੈ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਮਹਾਰਾਜ ਨੇ ਸਾਰਿਆਂ ਨੂੰ ਸੱਦ ਲਿਆ
महाराज ने सिखां नूं भी सद्दिया, महाराज ने रिश्तेदारां नूं भी सद्दिया, पुत्रां नूं भी सद्दिया, सारे उत्थे इकत्तर होए ने। सतगुरु महाराज पातशाह जी कहते ने कि मेरे हर भाना आओ मैं पास जियो। हुण उत्थे भी शब्द भाना, महाराज कहते मेरा रब परमात्मा जिहड़ा है ना उनका हुण हुक्म आ गया है कि आओ मैं पास जियो, मेरे कोल आते भाना, मेरे हर भाना मेरे प्रभु नूं ये चंगा लग्या कि हुण मैं इथों चले चलिया है। सतगुरु महाराज कहते मित पैंदे मित बिगसे, जिस मित की पैज भावे तुसी विचार देखो पुत भाई हर सतगुरु पहनावे। सतगुरु प्रतख हुंदे पए आप सच्चे पातशाह महाराज कहते ने वो प्रतख रूप दे विच महाराज उदों मौजूद ने ते सतगुरु ने अपने हुक्म दे विच सारियां नूं सद करके उन्हां नूं गुरु रामदास महाराज जी दे चरनां विच पा दिता। महाराज सच्चे पातशाह कहते ने कि इस करके ਜਦੋਂ ਅਸੀਂ ਔਨ ਜੀਵ ਜਦੋਂ ਜਨਮਦਾ ਹੈ ਸਾਡੇ ਕੋਲ ਆਉਂਦਾ ਹੈ ਸੰਸਾਰ ਦੇ ਵਿੱਚ, ਜਦੋਂ ਅਸੀਂ ਉਦੋਂ ਖੁਸ਼ੀ ਮਨਾਉਂਦੇ ਆ ਕਿ ਉਹ ਆਇਆ, ਫਿਰ ਜਾਣ ਕਰਕੇ ਕਿਉਂ ਦੁੱਖ ਮਨਾਉਂਦੇ ਆ। ਮਹਾਰਾਜ ਕਹਿੰਦੇ ਨੇ ਇਹ ਉਹਦਾ ਹੁਕਮ ਆ ਤੇ ਉਹਦੇ ਹੁਕਮ ਦੇ ਖਿਲਾਫ ਕਦੀ ਨਹੀਂ ਜਾ ਸਕਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੇ ਇਨਸਾਨ ਸੋਚਦਾ ਹੈ ਨਾ ਕਿ ਮੇਰੇ ਨਾਲ ਅਨਹੋਣੀ ਵਰਤ ਗਈ, ਮੇਰੇ ਨਾਲ ਰੱਬ ਨੇ ਗਲਤ ਕਰ ਦਿੱਤਾ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੱਬ ਕਿਸੇ ਨਾਲ ਅਨਹੋਣੀ ਨਹੀਂ ਕਰਦਾ, ਜੋ ਹੋਣਾ ਹੈ ਉਹੀ ਹੁੰਦਾ ਹੈ, ਉਹਦੇ ਹੁਕਮ ਤੋਂ ਬਗੈਰ ਹੋਰ ਹੁੰਦਾ ਹੀ ਕੁਝ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਉਸ ਗੱਲ ਦੀ ਚਿੰਤਾ ਕਰ ਜਿਹੜੀ ਅਨਹੋਣੀ ਵਰਤਦੀ ਏ, ਪਰ ਮਹਾਰਾਜ ਕਹਿੰਦੇ ਅਨਹੋਣੀ ਤਾਂ ਕਦੀ ਹੁੰਦੀ ਨਹੀਂ। इस करके सच्चे पातशाह महाराज कहते तू चिंता व्यर्थ दी करना है। महाराज अज सच्चे पातशाह जी ने एक बचन जिहड़ा जीवन दे विच जे मन करके चले जाइए, एक तां असीं जदों गुरु घरे आउंदे आ ते सतगुरु महाराज जी दा जदों प्रकाश हुंदा है ते हुक्मनामा हुंदा है, असीं कहंदे हुक्मनामा। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਹੁਕਮ ਜਿਹੜਾ ਹੁੰਦਾ ਹੈ ਉਹ ਸੁਣਨ ਤੇ ਮੰਨਣ ਵਾਸਤੇ ਹੁੰਦਾ ਹੈ। ਪਹਿਲਾਂ ਸੁਣਿਆ ਜਾਂਦਾ ਹੈ ਫਿਰ ਉਹਨੂੰ ਮੰਨਿਆ ਜਾਂਦਾ ਹੈ। ਜਿੰਨੀ ਦੇਰ ਤੱਕ ਅਸੀਂ ਹੁਕਮ ਸੁਣਾਂਗੇ ਨਹੀਂ ਉਨੀ ਦੇਰ ਤੱਕ ਮੰਨ ਨਹੀਂ ਸਕਦੇ। ਕੋਈ ਪਿਆਰਾ ਕੋਈ ਗੱਲ ਆਖਦਾ ਹੋਵੇ ਨਾ ਤੇ ਸਾਡਾ ਮਨ 'ਚ ਕੋਈ ਹੋਰ ਖਿਆਲ ਚੱਲ ਪਏ, ਧਿਆਨ ਕਿਸੇ ਹੋਰ ਪਾਸੇ ਚਲੇ ਜਾਏ ਤੇ ਅਸੀਂ ਦੁਬਾਰਾ ਆਖਦੇ ਨੂੰ ਕਿ ਮੈਨੂੰ ਪਤਾ ਨਹੀਂ ਲੱਗਿਆ ਤੂੰ ਕੀ ਆਖਦਾ ਸੀ, ਦੁਬਾਰਾ ਦੱਸੇਗਾ ਤੇ ਅਗਲਾ ਇਹ ਵੀ ਗੱਲ ਆਖ ਦਿੰਦਾ ਨੇ ਕਈ ਵਾਰੀ ਕਿ ਤੂੰ ਤੇ ਖਲੋਤਾ ਤੇ ਮੇਰੇ ਕੋਲ ਹੀ ਸਾਂ, ਸੁਣਿਆ ਕਿਉਂ ਨਹੀਂ? ਕਹਿੰਦਾ ਮੇਰਾ ਧਿਆਨ ਹੋਰ ਪਾਸੇ ਹੋ ਗਿਆ ਸੀ। ਗੁਰੂ ਘਰੇ ਬੈਠਣਾ ਜਿਹੜਾ ਹੈ ਉਹ ਸ਼ਬਦ ਤੇ ਸੁਰਤ ਦੀ ਖੇਡ ਹੈ। ਮਹਾਰਾਜ ਇਸੇ ਕਰਕੇ ਆਖਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਥੇ ਜਿਹੜਾ ਆਉਣਾ ਹੈ ਨਾ ਗੁਰੂ ਘਰ ਦੇ ਵਿੱਚ, ਇੱਥੇ ਅਸੀਂ ਕੁਝ ਲੈ ਕੇ ਜ਼ਰੂਰ ਇੱਥੋਂ ਜਾਣਾ ਹੈ। ਲੈके की जाना है? महाराज कहते सब तो पहले तो गुरु का हुक्म लैके जाना है। दूसरा सतगुरु महाराज जी की बख्शिश लैके जानी। जिन्हें हुक्म लैके चले गया उन्होंने गुरु की बख्शिश भी जरूर मिल जाती है। गुरु की बख्शिश गुरु की संगत कीतिया मिलती है, गुरु की बख्शिश गुरु घर दे विच सेवा कीतिया मिलती है। सच्चे पातशाह महाराज कहते हैं सब तो पहला जिहड़ा जरूरी है वो है हुक्म नूं मनना। आस्था की वार के अंदर सतगुरु महाराज पातशाह जी बचन करते ने, बख्शिश की महाराज जी ने हुक्म मन्ने होवे परवान तां खसमे का महल पाए सी। जिन्हें हुक्म मन्निया वो रब दे घर दे विच परवान होया ते कल्ला परवान नहीं होया, सतगुरु महाराज कहते ने खसमे का महल पाए सी। कहते ने उन्होंने रब दे घर की प्राप्ति होगी, उत्थे जाके बैठ गया जिथे परमात्मा बैठता है। जिन्हों बाणी दे विच वख-वख तरीके नाल सतगुरु महाराज जी ने बख्शिश किया, जिन्हों तुरिया अवस्था भी आख दिंदे आ, जिन्हों चौथा पद भी आख दिंदे आ, जिन्हों ये भी सतगुरु महाराज आखते ने कि अब तो जाए चढ़े सिंहासन मिले हैं सारंग पानी, राम कबीरा एक पै है कोई न सके पछानी। ए पर होया किवें? सतगुरु महाराज कहते हुक्म मनन करके होया, रजा दे विच रहन करके होया।
ਹੁਣ ਸਤਿਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜਦੋਂ ਦਰਸ਼ਨ ਕਰਦੇ ਆ ਤੇ ਭਗਤ ਕਬੀਰ ਸਾਹਿਬ ਦੇ ਕੁਝ ਸ਼ਲੋਕ ਨੇ ਤੇ ਉਹ ਬਿਲਕੁਲ ਜਿਵੇਂ ਇੱਕੇ ਵਿਸ਼ੇ ਦੇ ਉੱਪਰ ਉਹਨਾਂ ਨੇ 4 ਸ਼ਲੋਕ ਆਖੇ ਨੇ। ਉਹਨਾਂ ਨੇ ਬਚਨ ਕਹੇ, ਕਹਿ ਲੱਗੇ ਕਿ ਦੇਖ ਰੱਬ ਦੇ ਘਰ ਦੇ ਵਿੱਚ ਪ੍ਰਵਾਨਗੀ ਚਾਹੀਦੀ ਆ ਨਾ, ਜੇ ਤੂੰ ਸੇਵਕ ਬਣਨਾ ਹੈ ਤੇ ਐਵੇਂ ਦਾ ਸੇਵਕ ਬਣ ਜਿਵੇਂ ਰਸਤੇ ਦੇ ਵਿੱਚ ਪਿਆ ਹੁੰਦਾ ਰੋੜਾ ਹੋਵੇ, ਛੋਟਾ ਜਿਹਾ ਰੋੜਾ ਪਿਆ ਹੋਵੇ ਰਸਤੇ ਦੇ ਵਿੱਚ, ਐਵੇਂ ਦਾ ਤੂੰ ਸੇਵਕ ਬਣ ਜਾ। ਬਚਨ ਉੱਥੇ ਕਹੇ ਕਬੀਰ ਰੋੜਾ ਹੋਏ ਰਹੋ बाट का तज मन का अभिमान, ऐसा कोई दास होए ताहे मिले भगवान। रोड़ा बन, पर नाल ही उन्होंने ये गल आखी कह लगे जे रोड़ा बन गया चलो जिंदे पैरों च जोड़ा पाया होया वो ते ठोकर मार देगा, और जिंदे पैरों च जोड़ा नहीं होएगा उन्होंने रोड़ा ठोकर ला देता है। रोड़ा होवे रस्ते विच पिया, जे पैर नंगे होणगे जोड़ा नहीं होएगा ते पैरों च चुभ सकता है, ठेडा लग सकता है, डिग सकता है। कहते ने रोड़े का सुभाव जिहड़ा है वो 2 तरह का है, एक पासे तो ठोकर खा लैंदा है, पर जे मौका मिल जाए ना उन्होंने वो किसी को ठोकर ला भी सकता है। वो कहते ने नहीं रोड़ा नहीं होना, वो कहते ने रोड़े की थां ते जे होना या ते रस्ते की मिट्टी बन जा, रस्ते की खे बन जा। रोड़ा हुआ तो क्या भया पंथी को दुख दे, ऐसा तेरा दास है जो धरनी मैं खे। पर कहते ने मिट्टी जिहड़ी है उनका भी सुभाव, जेकर तुरे जाओ तो पैरों थले रहेगी, जे पैर जोर की मार दो तो सिर तक आ पैंदी है। खे हुई तो क्या भया जो लागे अंग हरजन, ऐसा चाहिए जो पानी सरबंग। कहते ने खे दे नालों मिट्टी दे नालों ते पानी ठीक, क्योंकि पानी का सुभाव वो बिल्कुल शांत चलेगा। और कहते ने पानी हुआ तो क्या भया सीरा ताता होए। कहते ने पानी बन गया जे तो बहुता ठंड दे विच रहेगा ते जम जाएगा, ते जे थोड़ा जा सेक लग गया ते उबाले खाने शुरू करेगा। सीरा ताता होए, कहते पानी का सुभाव जे ठंड मिली ते बहुता ठंडा, जे गर्मी मिल गई तो गर्म हो गया। पर कहते नहीं पानी हुआ तो क्या भया सीरा ताता होए, हर जन ऐसा चाहिए जैसा हर ही होए। ਹੁਣ ਸਤਿਗੁਰ ਮਹਾਰਾਜ ਕਹਿੰਦੇ ਉਸ ਮਾਲਕ ਦਾ ਜੈਸਾ ਸੁਭਾਅ ਹੈ, ਜੇਕਰ ਉਹਦੇ ਵਿੱਚ ਲੀਨ ਹੋਣਾ ਹੈ ਤੇ ਸਭ ਤੋਂ ਪਹਿਲਾਂ ਹੁਕਮ ਮੰਨਣਾ ਪੈਣਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਣ ਹੁਕਮ ਮੰਨਣਾ ਕਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਅੱਜ ਦੀ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਉਹਦਾ ਹੁਕਮ ਕਿਵੇਂ ਦਾ ਤੇ ਹੁਕਮ ਉਹਦਾ ਚੱਲਦਾ ਕਿੱਥੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੁਕਮੀ ਹੋਵਨ ਆਕਾਰ, ਇਹਨੂੰ ਆਕਾਰ ਨਹੀਂ ਕਹਿਣਾ। ਐੜੇ ਨਾਲ ਕੰਨਾਂ ਲੱਗੇ ਜਦੋਂ ਬਾਣੀ ਪਾਠ ਕਰੋ ਤੇ ਬਿਲਕੁਲ ਲਗਾ ਮਾਤਰਾ ਜਿਹੜੀਆਂ ਨੇ ਉਹਨਾਂ ਦਾ ਧਿਆਨ ਰੱਖਣਾ ਹੈ। ਹੁਕਮੀ ਹੋਵਨ ਆਕਾਰ, ਆਕਾਰ ਦੇ ਅਰਥ ਨੇ ਆ ਢਾਂਚੇ ਬਣੇ ਜਿਹੜੇ ਨੇ, ਇਹ ਜਿਹੜੀ ਹਿਊਮਨ ਬੋਡੀ ਸਾਡੇ ਸਰੀਰ ਬਣੇ ਨਾ ਇਹ ਆਕਾਰ ਨੇ। ਭਾਵੇਂ ਉਹ ਪਸ਼ੂ ਦਾ ਢਾਂਚਾ ਹੈ, ਭਾਵੇਂ ਪੰਛੀ ਦਾ ਹੈ, ਭਾਵੇਂ ਕਿਸੇ ਜਾਨਵਰ ਦਾ ਹੈ, ਭਾਵੇਂ ਜੰਤ ਦਾ ਹੈ, ਭਾਵੇਂ ਛੋਟੇ ਤੋਂ ਛੋਟੇ ਵਾਇਰਸ ਦਾ ਕਹੋ, ਇਹ ਸਾਰੇ ਢਾਂਚੇ ਜਿਹੜੇ ਨੇ ਸਤਿਗੁਰ ਮਹਾਰਾਜ ਕਹਿੰਦੇ ਨੇ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਬਣੇ ਆ। ਹੁਕਮੀ ਹੋਵਨ ਆਕਾਰ, ਪਰ ਮਹਾਰਾਜ ਜੀ ਤੇਰੇ ਹੁਕਮ ਦੇ ਵਿੱਚ ਤੂੰ ਆ ਸਾਰਾ ਕੁਝ ਬਣਾ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤੇਰੇ ਇੱਕ ਹੁਕਮ ਦੇ ਵਿੱਚ ਆ ਸਾਰਾ ਕੁਝ ਬਣ ਗਿਆ। ਪਰ ਸੱਚੇ ਪਾਤਸ਼ਾਹ ਮਹਾਰਾਜ ਉਹ ਹੁਕਮ ਹੈ ਕਿਵੇਂ ਦਾ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਹੁਕਮ ਨਾ ਕਹਿਆ ਜਾਏ। ਮਹਾਰਾਜ ਕਹਿੰਦੇ ਉਹਦੇ ਹੁਕਮ ਨੂੰ ਦੱਸਿਆ ਹੀ ਨਹੀਂ ਜਾ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੇਖੋ ਕਿੰਨੀ ਨਿਰਮਾਨਤਾ ਹੈ ਜੀਵਨ, ਕਿ ਸਾਰਾ ਕੁਝ ਦੱਸਦੇ ਵੀ ਨੇ ਤੇ ਨਾਲ ਕਹਿੰਦੇ ਨਹੀਂ ਮੈਂ ਕਹਿ ਵੀ ਨਹੀਂ ਸਕਦਾ। ਜੇ ਕੋ ਕਹੇ ਪਿੱਛੇ ਪਛਤਾਏ, ਮਹਾਰਾਜ ਕਹਿੰਦੇ ਨਹੀਂ ਪਛਤਾਵਾ ਹੀ ਹੈ ਪਿੱਛੇ। ਸਤਿਗੁਰ ਮਹਾਰਾਜ ਕਹਿੰਦੇ ਨੇ ਹੁਕਮ ਨਾ ਕਹਿਆ ਜਾਏ, ਉਹਦੇ ਹੁਕਮ ਨੂੰ ਕਹਿਆ ਹੀ ਨਹੀਂ ਜਾ ਸਕਦਾ। ਹਾਲਾਂਕਿ ਪਹਿਲਾਂ ਤੇ ਹੁਕਮ ਨੂੰ, ਹੁਣ ਦੇਖੋ ਹੁਕਮ ਨੂੰ ਨਹੀਂ ਕਹਿਆ ਜਾ ਸਕਦਾ, ਫਿਰ ਹੁਕਮੀ ਬਾਰੇ ਕਿਵੇਂ ਦੱਸ ਸਕਦੇ ਆ। ਸਤਿਗੁਰ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ, ਉਹਦੇ ਹੁਕਮ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਅੱਗੇ ਮਹਾਰਾਜ ਆਖਦੇ ਨੇ ਹੁਕਮੀ ਹੋਵਨ ਜੀ, ਜੀ ਤੋਂ ਭਾਵ
ਕਿ ਜੋ ਕੁਝ ਪੈਦਾ ਹੋਇਆ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਜੰਮਣ ਮਰਨਾ ਹੁਕਮ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੁਕਮ ਮਿਲੈ ਵਡਿਆਈ। ਮਹਾਰਾਜ ਕਹਿੰਦੇ ਨੇ ਹੁਕਮ ਦੇ ਵਿੱਚ ਵਡਿਆਈ ਮਿਲਦੀ ਹੈ। ਇੱਕ ਸਤਿਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਬਾਣੀ ਦੇ ਵਿੱਚੋਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ 84 ਲੱਖ ਜੋਨ ਉਪਾਈ, ਕਿ 84 ਲੱਖ ਪਹਿਲੋਂ ਜੂਨਾਂ ਦੀ ਗੱਲ ਕੀਤੀ ਕਿ ਇਸ ਬ੍ਰਹਿਮੰਡ ਇਸ ਧਰਤੀ ਦੇ ਉੱਪਰ ਭਾਵੇਂ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ 42 ਲੱਖ ਜੀਵ ਜਿਹੜੇ ਨੇ ਉਹ ਜਲ ਦੇ ਵਿੱਚ ਨੇ, 42 ਲੱਖ ਧਰਤੀ ਦੇ ਉੱਪਰ ਨੇ। ਹੁਣ ਮਹਾਰਾਜ ਕਹਿੰਦੇ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਹੁਣ ਇੱਥੇ ਮਹਾਰਾਜ ਕਹਿੰਦੇ ਨੇ ਹੁਕਮ ਮਿਲੇ ਵਡਿਆਈ। ਹੁਣ ਵਡਿਆਈ ਕਿਹੜੀ ਮਿਲੀ? ਮਹਾਰਾਜ ਕਹਿੰਦੇ 84 ਲੱਖ ਚੋਂ ਕੱਢ ਕੇ ਤੈਨੂੰ ਮੈਂ ਮਨੁੱਖਾ ਜਨਮ ਦੇ ਦਿੱਤਾ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਣ 84 ਲੱਖ ਜੂਨਾਂ ਨੇ, 84 ਲੱਖ ਜੂਨਾਂ ਦੇ ਵਿੱਚੋਂ ਇੱਕ ਇੱਕ ਜੂਨ ਨੂੰ ਫੜ ਕੇ ਦੇਖੋ, ਤੁਹਾਨੂੰ ਐਸੀ ਕੋਈ ਜੂਨ ਨਹੀਂ ਮਿਲੇਗੀ ਜਿਹੜੀ ਜੂਨ ਸੇਵਾ ਕਰ ਸਕਦੀ ਹੋਵੇ, ਜਿਹੜੀ ਜੂਨ ਕਥਾ ਕੀਰਤਨ ਕਰ ਜਾਂ ਸੁਣ ਸਕਦੀ ਹੋਵੇ, ਜਿਹੜੀ ਜੂਨ ਜਿਹੜੀ ਹੈ ਉਹ ਗੁਰੂ ਘਰੇ ਆ ਕੇ ਸੰਗਤ ਵਿੱਚ ਬੈਠ ਕੇ ਜੀਵਨ ਸਫਲਾ ਕਰ ਸਕਦੀ ਹੈ। ਕੋਈ ਇੱਕ ਜੂਨ ਤੁਸੀਂ ਦੱਸ ਸਕਦੇ ਹੋ? ਗਿਣਤੀ ਤੇ ਬੜੀ ਵੱਡੀ ਆ ਨਾ। 84 ਲੱਖ ਦੇ ਵਿੱਚੋਂ ਕੋਈ ਇੱਕ ਜੂਨ ਐਸੀ ਨਹੀਂ ਜਿੰਦੇ ਵਿੱਚ ਮੁਕਤੀ ਮਿਲ ਸਕਦੀ ਹੋਵੇ, ਜਿੰਦੇ ਵਿੱਚ ਸੰਗਤ ਕੀਤੀ ਜਾ ਸਕਦੀ ਹੋਵੇ। ਮਹਾਰਾਜ ਕਹਿੰਦੇ ਇਹ ਵਡਿਆਈ ਜਿਹੜੀ ਹੈ ਇਹ ਮਨੁੱਖ ਤੈਨੂੰ ਮਿਲੀਏ। 84 ਲੱਖ ਜੂਨ ਪੈਦਾ ਤੇ ਪਰਮਾਤਮਾ ਨੇ ਕੀਤੀ, ਪਰ ਵਡਿਆਈ ਜਿਹੜੀ ਹੈ ਉਹ ਕੇਵਲ ਮਨੁੱਖ ਨੂੰ ਮਿਲੀ। ਮਹਾਰਾਜ ਕਹਿੰਦੇ ਨੇ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਮਹਾਰਾਜ ਕਹਿੰਦੇ ਨੇ ਵਡਿਆਈ ਤੈਨੂੰ ਮਿਲ ਗਈ ਹੁਕਮ ਦੇ ਵਿੱਚ ਨੇ, ਜਿਨ੍ਹਾਂ ਨੂੰ ਪਰਮਾਤਮਾ ਨੇ ਵਡਿਆਈ ਦੇ ਦਿੱਤੀ ਆ। ਭਗਤ ਸਾਹਿਬ ਜੀ ਦੇ ਬਚਨ ਨੇ ਜੀ, ਉਹ ਕਹਿੰਦੇ ਨੇ ਕਿ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਕੇ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਨੇ ਅਨੇਕਾਂ ਪ੍ਰਮਾਣ ਦਿੱਤੇ ਆ। ਮਹਾਰਾਜ ਜੀ ਦੀ ਬਾਣੀ ਆਖਦੀ ਹੈ ਕਿ ਜੋ ਬੰਦ ਫਲ ਪਾ ਕੇ ਭੂਏ ਗਿਰੇ ਬਹੁਰ ਨਾ ਲਾਗੇਗਾ। ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜੋ ਬੰਦ ਫਲ ਪਾ ਕੇ ਭੂਏ ਗਿਰੇ ਬਹੁਰ ਨਾ ਲਾਗੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਕੋਈ ਉਪਾਅ ਹੁਣ ਇਸ ਵੇਲੇ ਤੂੰ ਮੁਕਤ ਦਾ ਕਰ ਲੈ। ਜੇ ਹੁਣ ਤੂੰ ਮੁਕਤੀ ਦਾ ਉਪਾਅ ਨਹੀਂ ਕਰੇਗਾ ਫਿਰ ਹੋ ਸਕਦਾ ਹੈ ਕਿ ਤੈਨੂੰ ਮਨੁੱਖਾ ਸਰੀਰ ਦੁਬਾਰਾ ਨਾ ਮਿਲੇ। ਇੱਕ ਬਚਨ ਆਪਾਂ ਪਿਛਲੇ ਵੀਕ ਦੇ ਵਿੱਚ ਸਾਂਝਾ ਵੀ ਕੀਤਾ ਸੀ ਕਿ ਚਾਰ ਭਾਵ ਲੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਂਦਨ ਕੋਦੂ ਕੋ ਪੁਸ ਖਈ ਹੈ। ਸਾਰੋ ਦਿਨ ਦੌਲਤ ਬਨ ਮਹੀਆ ਅਜਹੂਨਾ ਪੇਟ ਆ ਗਈ ਹੈ। ਜਨ ਭਗਤਨ ਕੋ ਕਹੋ ਨਾ ਮਾਨੋ ਕਿਉ ਆਪਨੋ ਪਈ ਹੈ। ਸਾਖੀਕਾਰ ਨੇ ਨਾ ਇੱਕ ਸਾਖੀ ਲਿਖੀ। ਕਹਿ ਲਗੇ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਪਿੰਡ ਦੇ ਵਿੱਚੋਂ ਲੰਘਦੇ ਪਏ ਸੀ ਤੇ ਮਹਾਰਾਜ ਨੇ ਕਿਸੇ ਦੇ ਘਰ ਦੇ ਵਿੱਚੋਂ ਪ੍ਰਸ਼ਾਦਾ ਛਕਿਆ। ਉਸ ਬਜ਼ੁਰਗ ਨੇ ਸੇਵਾ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕੋਲ ਬਿਠਾਇਆ, ਉਹਨੂੰ ਨਾਮ ਜਪਾਇਆ। ਮਹਾਰਾਜ ਜੀ ਨੇ ਕਿ ਬੋਲ ਸਤ ਕਰਤਾਰ ਤੂੰ ਹੀ ਨਿਰੰਕਾਰ। ਮਹਾਰਾਜ ਨੇ ਉਹਨੂੰ ਸਤਨਾਮ ਮੰਤਰ ਜਪਾਉਣਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੁਝ ਸਮੇਂ ਤੋਂ ਬਾਅਦ ਵਿੱਚ ਵਾਪਸ ਜਦੋਂ ਆਏ ਤੇ ਭਾਈ ਮਰਦਾਨਾ ਸਾਹਿਬ ਆਖਦੇ ਨੇ ਸਤਿਗੁਰੂ ਉਹ ਬਾਬੇ ਦਾ ਘਰ ਆ ਗਿਆ, ਪਿੰਡ ਆਇਆ। ਸਤਿਗੁਰੂ ਮਹਾਰਾਜ ਜਦੋਂ ਘਰ ਦੇ ਕੋਲ ਗਏ ਤੇ ਬਾਬਾ ਦਿਸਿਆ ਨਹੀਂ ਉੱਥੇ। ਸਤਿਗੁਰੂ ਮਹਾਰਾਜ ਜੀ ਨੂੰ ਮਰਦਾਨਾ ਆਖਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਨੇ ਤੁਹਾਡੀ ਸੰਗਤ ਕੀਤੀ ਏ, ਮੁਕਤ ਹੋ ਗਿਆ ਹੋਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਅਜੇ ਨਹੀਂ ਹੋਇਆ। ਮਹਾਰਾਜ ਸੰਗਤ ਕਰਕੇ ਵੀ ਰਹਿ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸੰਗਤ ਕਰਕੇ ਕੋਈ ਨਹੀਂ ਰਹਿੰਦਾ, ਪਰ ਜਦੋਂ ਸੁਰਤੀ ਕਿਤੇ ਜੁੜ ਜਾਏ ਤੇ ਫਿਰ ਉਹਦੇ ਕਰਕੇ ਦੁਬਾਰਾ ਜਨਮ ਉਵੇਂ ਦਾ ਮਿਲ ਜਾਂਦਾ ਹੈ। ਮਹਾਰਾਜ ਫਿਰ ਕਿੱਥੇ ਆ? ਕਹਿੰਦੇ ਉਹ ਜਿਹੜਾ ਖੁਰਲੀ ਦੇ ਉੱਤੇ ਬਲਦ ਬੰਨਿਆ ਹੋਇਆ ਨਾ ਉਹ ਉਹੀ ਬਾਬਾ ਹੈ। ਖੁਰਲੀ ਦੇ ਉੱਤੇ ਬਲਦ ਜਿਹੜਾ ਬੰਨਿਆ ਹੈ।
जाके मर्दाने ने उस बल्द के कान में आख्या, कह लगे कि गुरु नानक आए ने तेन मुक्त कर देन। उन्हें सिर मार दिता, कहता नहीं। उन्हें अपनी जुबान दे विच, क्योंकि ब्रह्म ज्ञानी जिहड़े हुंदे ना, उन्हां नूं पता हुंदा है कि कोई की बोलदा, भावें पशु होण पंछी होण। गुरु नानक देव महाराज तां इत्थों तक आखदे ने, जो बोलत है मृग मीन पखेरू बिन हर जापत है नहीं होर। ਉਹ ਤਾਂ ਹਰ ਕਿਸੇ ਆਵਾਜ਼ ਵਿੱਚੋਂ, ਦੇਖੋ ਹਰਟ ਚੱਲਦੀ ਸੀ ਨਾ, ਪੰਜਾਬ ਵਾਲਿਆਂ ਨੂੰ ਤੇ ਪਤਾ ਹੋਏਗਾ, ਉਹ ਖੂਹ ਦੇ ਦੁਆਲੇ ਜਦੋਂ ਹਰਟ ਚੱਲਦੀ ਪਾਣੀ ਕੱਢਣ ਵਾਸਤੇ, ਉਹਦੇ ਵਿੱਚ ਆਵਾਜ਼ ਆਉਂਦੀ ਸੀ, ਚੂੰ ਚੂੰ ਦੀ ਆਵਾਜ਼ ਆਉਣੀ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਚੂੰ ਦੀ ਆਵਾਜ਼ ਨਹੀਂ ਆਉਂਦੀ, ਤੂੰ ਦੀ ਆਵਾਜ਼ ਆਉਂਦੀ ਪਈ ਆ। ਬੇਜਾਨ ਵਸਤੂ ਆ ਨਾ, पर उन्हें जो गरारी जी लग के चूल घूमनी ते उनके विच आवाज पैदा होनी, ते महाराज कहते हरट भी तू तू कर है बोले भली बान। सतगुरु सच्चे पातशाह महाराज की उन्होंने बेनती की, बल्द कहता कि नहीं जी मैं मर गया तो नवा बल्द लिया पैना मेरे मुंडिया नूं, मैं इत्थे ही रहन नूं तैयार आ। कहते ने साखी का लगे दिखता है महाराज फिर किते आए थोड़े चिर बाद, हुण खुली ते बल्द भी कोई नहीं। मरदाना कहता सतगुरु महाराज बाबा हुण ते मुक्त हो गया ना, ये सारा कुछ तुहानू बाणी विचों मिल जाएगा। सुकरे कुकरे जोन भरमे तो लाज ना आई, राम नाम छाड़ अमृत काहे विख खाई। महाराज कहते नहीं, वो बेड़े दे विच जिहड़ा कुत्ता बैठा है ना, हुण जून कुकर दी मिल गई आ। भाई मरदाने ने फिर पूछा, कहता नहीं ये ते रात नूं सुते हुंदे ने, मेरे बच्चे मेरे पुत धीआं परिवार सुता हुंदा है, घर च धन पिया है, कोई चोर आके लुट के लै जाएगा, मैं ते राखी करदा पिया है। जदों फिर किते समा बनया, महाराज परत के जदों आए, अज मरदाने ने पूछया नहीं महाराज बाबा किथे, इन्हें नूं घर दे विच रौला पई जाए। पुत्र जिहड़े ने वो डांगा सुट्टे फड़े, इधर भज्जे जाण, कोई उधर भज्जिया जाए। इधर एक बाबे दे पुत्र ने अपने डंडे के उपर ना एक अदमोया या कीता होया सप लिया के गली दे विच सुट दिता। सतगुरु महाराज ने भाई मरदाना कहते महाराज ये सारा कौतक की है। महाराज कहते ने असल दे विच ना ये तेनों आप ही दसेगा। जल का छिट्टा मारिया, उनकी मुक्ति हुई, आत्मा सामने आके खड़ी होगी। गुरु नानक देव सच्चे पातशाह महाराज कहते ने कि की होया दस। कहता महाराज कुत्ते की जून तो बाद मैनूं सप की जून मिली, घर दे विच पोतरा होया सी ते भंगूड़े च खेडदा पिया सी, ते भंगूड़ा जिहड़ा सी वो दरख्त दे नाल बन्निया सी। कहता मेरा जी कीता कि मैं भी लागे जाके खेडां जां इहनूं खिडावां। कहता मैं दरख्त दे उत्ते सां, मैं कहता वाजे पा के जदों थल्ले उतरिया ना, ते मेरी नौं ने देख लिया, उन्हें चीख मारी, सप आ गया। मेरे पुत्तां ने डांगा कट के लियांदियां ते मेरा आ हाल कर दिता। गुरु नानक देव महाराज कहते फिर परिवार विच रहना, कहते नहीं महाराज मैं बड़ा रह के देख लिया, हुण कृपा करो मैनूं मुक्ति दे दिओ। महाराज कहते मानस जन्म दुलंभ है, होए ना बारे बार, ज्यों बन फल पाके भूए गिरे, बहुर न लागे डाल। गुरु अर्जन देव महाराज कहते पत्तर पुरजेन झड़ियंग नह जड़ियंग पेड़ संपदा। पत्ते दरख्तां दे जदों लगे हुंदे ना, दरख्त टाणी दे नाल वो बड़े हरे भरे रहिंदे ने, पर जिधर वो टुटदे ने उस तो बाद विच हौली हौली वो सुकने शुरू हो जाते हैं। सुक करके इन्ने भुरभुरे हो जाते, उत्ते हथ ला दो, पैर रख के लंघ जाओ, उसे वेले वो भुर जाणगे। सतगुरु महाराज कहते ये जीवन इवें आ, जिन्नी देर तक श्वासां दा जल इहदे विच है उन्नी देर तक ये हरे ने। जिद्दन श्वासां दा पानी मुकदा फिर पत्तियां दे वांग भुर के थल्ले डिगदे ने। नह जड़ियंग पेड़ संपदा, जिन्ना मर्जी टुटे हुए पत्ते नूं जोड़न दा यतन करके देखो, गूंद ला के देख लो, टेप लगा के देख लो, वो जुड़ते जाएगा पर हरिया नहीं जी रहेगा। असी अपनी मर्जी नाल नहीं जोड़ सकते। महाराज कहते नह जड़ियंग पेड़ संपदा, दोबारा नहीं जुड़ेगा, वो भुर जाएगा, वो खत्म हो जाएगा। महाराज सच्चे पातशाह कहते जे मनुखा जन्म मिलिया ये परमात्मा दे हुक्म दे विच वडियाई मिली है। अगे सतगुरु महाराज कहते ने हुक्मी उत्तम नीच। महाराज कहते एक ऐसे संसार दे विच ने पहली ते गल महाराज ने कहा कि वडियाई मिली
ਤੇ ਵਡਿਆਈ ਤੋਂ ਭਾਵ ਸਮਝ ਲਓ ਕਿ ਸਾਨੂੰ ਮਨੁੱਖਾ ਸਰੀਰ ਮਿਲਿਆ, ਇਹ ਸਭ ਤੋਂ ਵੱਡੀ ਵਡਿਆਈ ਸੀ। ਹੁਣ ਜਿਨ੍ਹਾਂ ਕੋਲ ਮਨੁੱਖਾ ਸਰੀਰ ਹੈ, ਹੁਣ ਜਿਹੜੇ ਤਾਂ ਉਸ ਸਰੀਰ ਦੀ ਕਾਰ ਮਿਲ ਗਈ ਅਤੇ ਵਰਤੋਂ ਸਹੀ ਕਰਦੇ ਆ ਕਿ ਡਿਊਟੀ ਤੇ ਗਏ, ਘਰੇ ਆ ਗਏ, ਕਾਰ ਚੁੱਕੀ, ਗੁਰਦੁਆਰੇ ਚਲੇ ਗਏ, ਪਰਿਵਾਰ ਦੇ ਜ਼ਰੂਰੀ ਰੁਝੇਵੇਂ ਉਹ ਤੇ ਸਹੀ ਵਰਤੋਂ ਕੀਤੀ। ਪਰ ਜਿਨ੍ਹਾਂ ਕੋਲ ਗੱਡੀ ਤੇ ਹੈ ਉਹ ਜਾਂਦੇ ਇੰਨੀ ਜ਼ਿਆਦਾ ਜ਼ੋਰ ਨਾਲ ਭਜਾਉਣ ਕੇ ਜਾਂਦੇ, ਐਕਸੀਡੈਂਟ ਕਰਦੇ, ਨਾਲੇ ਆਪ ਸੱਟਾਂ ਲਵਾਉਣ, ਨਾਲੇ ਕਿਸੇ ਦੂਸਰੇ ਨੂੰ ਮਾਰਨ, ਉਹ ਦੁਰਵਰਤੋਂ ਕਰਦੇ ਨੇ। ਮਨੁੱਖਾ ਸਰੀਰ ਮਿਲਿਆ, ਇਸ ਦੀ ਜੇ ਤਾਂ ਸਹੀ ਵਰਤੋਂ ਕਰਦੇ ਹਾਂ ਤੇ ਸਹੀ ਵਰਤੋਂ ਕੀ ਹੈ ਕਿ ਕਿਸੇ ਦਾ ਬੁਰਾ ਨਾ ਕਰੋ। ਬੁਰਾ ਕਰਨ ਤੋਂ ਪਹਿਲਾਂ ਕਿਸੇ ਦਾ ਬੁਰਾ ਸੋਚੋ ਨਾ, ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ, ਜਿੰਨੇ ਸ਼ੁਭ ਕਰਮ ਨੇ ਉਹ ਸਾਰੇ ਕਰਨੇ ਸ਼ੁਰੂ ਕਰ ਦੋ। ਇਹ ਹੈ ਸਰੀਰ ਦੀ ਸਾਕਾਰਤ ਵਰਤੋਂ, ਜਿਹਨੂੰ ਮਹਾਰਾਜ ਕਹਿੰਦੇ ਨੇ ਹੁਕਮੀ ਉੱਤਮ। ਇਹ ਉੱਤਮ ਨੇ। ਦੂਸਰੇ ਹੁਕਮੀ ਉੱਤਮ ਨੀਚ। ਹੁਣ ਹੁਕਮ ਜਿਹੜਾ ਹੈ ਉਹ ਦੋਨਾਂ ਨਾਲ ਲੱਗ ਜਾਣਾ, ਨੀਚ ਨਾਲ। ਹੁਕਮੀ ਦੇ ਵਿੱਚ ਨੀਚ ਨੇ। ਨੀਚ ਕਿਹੜੇ? ਜਿਨ੍ਹਾਂ ਨੇ ਚੋਰੀ ਕੀਤੀ। ਨੀਚ ਕਿਹੜੇ? ਜਿਨ੍ਹਾਂ ਨੇ ਨਿੰਦਿਆ ਕੀਤੀ। ਨੀਚ ਕਿਹੜੇ ਨੇ? ਜਿਨ੍ਹਾਂ ਨੇ ਇੱਧਰ ਦੀ ਗੱਲ ਸੁਣੀ ਤੇ ਉੱਧਰ ਜਾ ਕੇ ਚੁਗਲੀ ਕਰ ਦਿੱਤੀ। ਮਹਾਰਾਜ ਕਹਿੰਦੇ ਨੇ ਨਿੰਦਕ ਜਿਹੜਾ ਹੈ ਨਾ, ਨਿੰਦਕ ਐਸੇ ਹੀ ਝੜ ਪੜੀਏ। ਨਿੰਦਕ ਐਵੇਂ ਝੜ ਪੈਂਦਾ। ਮਹਾਰਾਜ ਕਹਿੰਦੇ ਨਿੰਦਕ ਦਾ ਮੁਖ ਜਿਹੜਾ ਹੈ ਉਹ ਦੀਨ ਦੇ ਵਿੱਚ ਕਾਲਾ ਹੁੰਦਾ ਤੇ ਦੁਨੀ ਵਿੱਚ ਵੀ ਕਾਲਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਨਿੰਦਕ ਹਮਰੇ ਕੱਪੜੇ ਧੋਏ। ਨਿੰਦਕ ਜਿਹੜਾ ਹੈ ਉਹ ਕਿਸੇ ਦੂਸਰੇ ਦੀ ਮੈਲ ਜਿਹੜੀ ਹੈ ਉਹ ਆਪਣੇ ਸਿਰ ਤੇ ਰੱਖੀ ਬੈਠਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਕਰਕੇ ਨਿੰਦਾ ਭਲੀ ਕਿਸੇ ਦੀ ਨਹੀਂ। ਮਤ ਸੋਚੋ ਕਿ ਕੋਈ ਨਿੰਦਾ ਕਰਨ ਦੇ ਯੋਗ ਵੀ ਹੋਵੇ, ਯੋਗ ਤੋਂ ਭਾਵ ਹੈ ਕਿ ਉਹਦੀ ਨਿੰਦਾ ਕੀਤੀ ਜਾ ਸਕਦੀ ਹੋਵੇ, ਪਰ ਮਹਾਰਾਜ ਕਹਿੰਦੇ ਤੂੰ ਉਹਦੀ ਵੀ ਨਾ ਕਰੀ, ਭਾਵੇਂ ਉਹ ਇਸ ਨਿੰਦਾ ਦਾ ਹੱਕਦਾਰ ਸੀ, ਪਰ ਜਦੋਂ ਤੂੰ ਕਰੇਗਾ ਨਿੰਦਾ, ਤੇਰਾ ਮਨ ਪਤਾ ਨਹੀਂ ਕਿਵੇਂ ਗੁਰੂ ਦੀ ਕਿਰਪਾ ਨਾਲ ਥੋੜਾ ਬਹੁਤ ਟਿਕਦਾ ਹੈ, ਮੁੜ ਕੇ ਇਹ ਵੀ ਟਿਕਣੋਂ ਹਟ ਜਾਣਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਕਤ ਕਰਨ। ਮਹਾਰਾਜ ਕਹਿੰਦੇ ਮੂਰਖ ਨੇ ਉਹ ਮਨਮੁਖ ਨੇ ਜਿਹੜਾ ਕਿਸੇ ਦੀ ਨਿੰਦਾ ਕਰਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਉਹ ਨੀਚ ਨੇ। ਹੁਕਮੀ ਉੱਤਮ ਨੀਚ। ਹੁਕਮ ਲਿਖ ਦੁੱਖ ਸੁਖ। ਇਹਨੂੰ ਕਹਿਣਾ ਪਾਈ ਹੈ, ਇਹਨੂੰ ਪਾਈਏ ਨਹੀਂ ਕਹਿਣਾ। ਪਾਈ ਐੜਾ ਪਹਿਲੋਂ ਆਏਗਾ ਤੇ ਹਾਹੇ ਨੂੰ ਸਿਆਰੀ ਬਾਅਦ ਵਿੱਚ ਆਏਗੀ। ਪੱਪੇ ਕੰਨਾ ਕੀੜੀ ਬਿਆਰੀ, ਐੜਾ ਤੇ ਹਾਹੇ ਨੂੰ ਸਿਆਰੀ। ਜਦੋਂ ਪਾਠ ਕਰੋ ਨਾ ਬਿਲਕੁਲ ਲਗਾ ਮਾਤਰਾ। ਵੈਸੇ ਇਤਿਹਾਸ ਦੇ ਵਿੱਚ ਸਾਖੀ ਮਿਲਦੀ ਹੈ ਜੀ ਕਿ ਸਿੱਖ ਪਾਠ ਕਰੇ ਤੇ ਉਹਨੇ ਪਾਠ ਕਰਦਿਆਂ ਪੰਕਤੀ ਇੱਕ ਪੜੀ, ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ। ਉਹ ਕੱਕੇ ਨੂੰ ਨਾ ਇੱਕ ਲਾਮ ਲਾ ਦਿੱਤੀ ਹੈ, ਦੋ ਲੱਗੀਆਂ ਨੇ, ਅਰਥ ਵੀ ਬਦਲ ਗਏ। ਹੁਣ ਜੇ ਅਸੀਂ ਅਰਥ ਚਲੋ ਕਰ ਲੈਨੇ ਆ ਕਿ ਰੱਬ ਦੀ ਮਹਿਮਾ ਰੱਬ ਹੀ ਜਾਣਦਾ ਹੈ, ਇਹ ਜਾਣੇ ਗੁਰਸੂਰਾ, ਗੁਰੂ ਕੁਛ ਨਹੀਂ ਜਾਣਦਾ, ਇਹਦੇ ਅਰਥ ਇਹ ਬਣਦੇ ਆ। ਪਰ ਜੇ ਇਹਦਾ ਸਹੀ ਉਚਾਰਨ ਕਰਾਂਗੇ, ਕਰਤੇ ਕੀਮਤ ਕਰਤਾ ਜਾਣੇ ਕੈ ਜਾਣੇ ਗੁਰਸੂਰਾ, ਰੱਬ ਦੀ ਮਹਿਮਾ ਰੱਬ ਜਾਣਦਾ ਹੈ ਤੇ ਜਾਂ ਗੁਰੂ ਜਾਣਦਾ ਹੈ, ਗੁਰੂ ਸੂਰਮਾ ਜਾਣਦਾ ਹੈ। ਜਿਹਨੇ ਪਾਠ ਸੁਣਿਆ ਨਾ, ਸਿੱਖ ਪਾਠ ਕਰੇ ਪਿਆ, ਉਹਨੇ ਕੈ ਦੀ ਥਾਂ ਤੇ ਕੇ ਕਹਿ ਦਿੱਤਾ ਤੇ ਉਹਨੇ ਦੋ ਚਪੇੜਾਂ ਲਾ ਦਿੱਤੀਆਂ। ਉਹ ਸਿੱਖ ਗਿਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਚਲੇ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਆਖਦਾ, ਮਹਾਰਾਜ ਵੇਖੋ ਮੈਂ ਤੇ ਬਾਣੀ ਪੜ੍ਹਦਾ ਸੀ ਤੇ ਆ ਦੂਜੇ ਸਿੱਖ ਨੇ ਆ ਕੇ ਮੇਰੇ ਚਪੇੜਾਂ ਮਾਰ ਦਿੱਤੀਆਂ। ਉਹਨੇ ਕਿਹਾ ਕਿ ਗੱਲ ਕੀ? ਸੱਦਿਆ ਦੂਜੇ ਸਿੱਖ ਨੂੰ ਤੇ ਦੱਸਿਆ ਮਹਾਰਾਜ ਕੇ ਪੜਿਆ ਹੈ ਕੈ ਦੀ ਥਾਂ ਤੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਖੋ ਆ ਸਾਡਾ ਸਰੀਰ ਆ, ਸਾਡੇ ਸਰੀਰ ਦੇ ਵਿੱਚ ਸਾਡੇ ਰੋਮ ਨੇ, ਆ ਜਿਹੜੇ ਅਸੀਂ ਦੇਖਦੇ ਹਾਂ ਸਕਿਨ ਸਾਡੀ ਇਹ ਰੋਮ ਨੇ, ਵਾਲ ਦੇ ਸਰੀਰ ਦੇ ਉੱਪਰ, ਇਹ ਸਾਡੇ ਰੋਮ ਨੇ। ਤੇ ਜਦੋਂ ਕੋਈ ਰੋਮਾਂ ਨੂੰ ਪੁੱਟਦਾ ਹੈ ਸਰੀਰ ਨੂੰ ਦਰਦ ਜ਼ਰੂਰ ਹੁੰਦਾ ਹੈ, ਕੋਈ ਪੁੱਟੇਗਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਗ੍ਰੰਥ ਹੈ ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਤੇ ਜਿਹੜਾ ਦੇਹ ਦੇ ਨਾਲ ਜਦੋਂ ਅਸੀਂ ਲਗਾ ਮਾਤਰਾ ਦਾ ਉਚਾਰਨ ਗਲਤ ਕਰਦੇ ਆ, ਇਹ ਪਰਮਾਤਮਾ ਦੇ ਰੋਮਾਂ ਦੀ ਬੇਅਦਬੀ ਕਰਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਕਰਕੇ ਜਦੋਂ ਪਾਠ ਕਰੋ, ਭੋਲੇ ਭਾਏ ਦੇ ਵਿੱਚ ਕਿਤੇ ਗਲਤੀ ਹੋ ਜਾਂਦੀ ਉਹ ਤੇ ਮਾਫ ਹੋ ਸਕਦੀ, ਪਰ ਜੇ ਕੋਸ਼ਿਸ਼ ਜੇ ਅਸੀਂ ਕਰਨੀ ਛੱਡ ਦਈਏ, ਜੇ ਅਸੀਂ ਹੌਸਲਾ ਹੀ ਛੱਡ ਦਈਏ ਕਿ ਨਹੀਂ ਜੀ ਅਸੀਂ ਕਰਨਾ ਕੋਈ ਨਹੀਂ, ਫਿਰ ਨਹੀਂ ਹੋ ਸਕਦਾ। ਸੰਥਿਆ ਬਿਲਕੁਲ ਜ਼ਰੂਰੀ ਆ ਤੇ ਉਹ ਇਸ ਕਰਕੇ ਜ਼ਰੂਰੀ ਆ ਕਿ ਮਹਾਰਾਜ ਕਹਿੰਦੇ ਨੇ ਦੂਸਰ ਹੋਏ
ਤਾਂ ਸੋਝੀ ਪਾਏ ਸੀ। ਹੁਣ ਮੈਂ ਸੰਥਿਆ ਕੀਤੀ, ਮੈਂ ਹੰਕਾਰ ਕਰਕੇ ਨਹੀਂ। ਹੁਣ ਮੈਨੂੰ ਮੇਰੇ ਉਸਤਾਦ ਨੇ ਪੜਾਇਆ। ਮੇਰਾ ਉਸਤਾਦ ਜਿਹੜਾ ਸੀ ਉਹ ਕਿਸੇ ਆਪਣੇ ਉਸਤਾਦ ਤੋਂ ਪੜਿਆ, ਉਹਦਾ ਉਸਤਾਦ ਗਾਂ ਕਿਸੇ ਤੋਂ ਪੜਿਆ ਹੋਵੇਗਾ। ਇਹ ਇਸ ਤਰ੍ਹਾਂ ਹੀ ਚੱਲਦਾ ਹੈ ਕਿ ਅੱਜ ਕੱਲ ਮੈਂ ਪੜਿਆ ਤੇ ਅੱਜ ਮੈਂ ਕਿਸੇ ਨੂੰ ਪੜਾ ਦੇਵਾਂ। ਇਹ ਦੂਸਰ ਹੋਏ ਤਾਂ ਸੋਝੀ ਪਾਈ ਸੀ। ਇਹ ਗੁਰਮਤਿ ਦਾ ਗਿਆਨ ਹੈ, ਇਹ ਜੋ ਕੋਲ ਹੈ ਉਹਨੂੰ ਵੰਡ ਦੇਣਾ ਚਾਹੀਦਾ ਹੈ। ਹੁਣ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁਖ ਪਾਈ ਹੈ, ਪਾਈ ਐ। ਮਹਾਰਾਜ ਕਹਿੰਦੇ ਨੇ ਹੁਕਮ ਦੇ ਵਿੱਚ ਨਾ ਦੁੱਖ ਤੇ ਸੁੱਖ ਲਿਖੇ ਜਾਂਦੇ ਆ। ਕਿਵੇਂ ਲਿਖੇ ਜਾਂਦੇ ਆ? ਅਸੀਂ ਜਿੰਨੇ ਕਰਮ ਕਰਦੇ ਆ ਨਾ, ਚੰਗੇ ਕਰਮ ਜਿਹੜੇ ਨੇ ਉਹਨਾਂ ਦਾ ਬੀਜ ਚੰਗਾ ਨੇ, ਤੇ ਜਿਹਦਾ ਬੀਜ ਚੰਗਾ ਹੋਵੇਗਾ ਉਹਨੂੰ ਬੂਟੇ ਨੂੰ ਫਲ ਵੀ ਚੰਗੇ ਲੱਗਣਗੇ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਆ ਜੀ, ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੇ, ਜੱਟ ਖੰਡੇ ਉਨਤ ਪਾਇਦਾ ਪੈਂਦਾ ਲੋੜੇ ਪੱਟ। ਉਹਦੇ ਚ ਕਹਿੰਦੇ ਨੇ ਕਿ ਦੇਖੋ ਬੰਦਾ ਬੀਜ ਜਿਹੜੇ ਸੀ ਉਹਨੇ ਕਿੱਕਰ ਦੇ ਬੀਜ ਦਿੱਤੇ, ਤੇ ਕਿੱਕਰ ਦੇ ਬੀਜ ਬੀਜਣ ਤੋਂ ਬਾਅਦ ਉਹ ਆਸ ਕਰਦਾ ਹੈ ਕਿ ਹੁਣ ਬੂਟਾ ਤਾਂ ਕਿੱਕਰ ਦਾ ਉੱਗ ਖਲੋਤਾ, ਹੁਣ ਇਸ ਬੂਟੇ ਨੂੰ ਅੰਗੂਰ ਲੱਗ ਜਾਣ, ਕਦੀ ਨਹੀਂ ਲੱਗਣਗੇ। ਕਿਉਂਕਿ ਬੀਜ ਜਿਹੜਾ ਸੀ, ਕਦੀ ਇਸ ਤਰ੍ਹਾਂ ਹੋਇਆ ਕਿ ਖੇਤ 'ਚ ਕਣਕ ਬੀਜ ਕੇ ਆਓ ਉੱਥੇ ਮੱਕੀ ਉੱਗ ਖਲੋਵੇ, ਕਦੀ ਇਸ ਤਰ੍ਹਾਂ ਹੋਇਆ ਕਿ ਛੋਲੇ ਬੀਜ ਕੇ ਆਓ ਉੱਥੇ ਕਣਕ ਉੱਗ ਖਲੋਵੇ, ਕਦੀ ਨਹੀਂ ਹੁੰਦਾ। ਜੈਸਾ ਬੀਜ ਹੁੰਦਾ ਹੈ ਫਲ ਤੈਸਾ ਹੀ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇਕਰ ਕੋਈ ਦੁਖੀ ਹੈ ਤਾਂ ਉਹ ਕਰਮ ਇਵੇਂ ਦੇ ਕਰਦਾ ਹੈ, ਤਾਂ ਕਰਕੇ ਉਹਨੂੰ ਦੁੱਖ ਮਿਲਦਾ ਹੈ। ਔਰ ਲਿਖਦਾ ਕੌਣ ਹੈ? ਕਹਿੰਦੇ ਹੁਕਮ ਦੇ ਵਿੱਚ ਦੁੱਖ ਤੇ ਸੁੱਖ ਉਹਦੇ ਕਰਮਾਂ ਵਿੱਚ ਲਿਖੇ ਜਾਂਦੇ ਨੇ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਐਸੇ ਨੇ ਜਿਨ੍ਹਾਂ ਨੂੰ ਹੁਕਮ ਦੇ ਵਿੱਚ ਬਖਸ਼ਿਸ਼ਾਂ ਮਿਲਦੀਆਂ ਨੇ। ਇੱਕ ਹੁਕਮੀ ਸਦਾ ਭਵਾਈ ਹੈ। ਇੱਥੇ ਵੀ ਉੱਪਰ ਵਾਂਗੂ ਪਾਈ ਹੈ ਤੇ ਭਵਾਈ ਹੈ। ਮਹਾਰਾਜ ਕਹਿੰਦੇ ਨੇ ਇੱਕ ਹੁਕਮੀ ਸਦਾ ਭਵਾਈ ਹੈ। ਹੁਣ ਦੇਖੋ ਇੱਥੇ ਇੱਕ ਲਿਖਿਆ ਈਡੀ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਇੱਕ। ਇਹ ਜਦੋਂ ਕੱਕੇ ਨੂੰ ਸਿਹਾਰੀ ਆਈ ਨਾ ਇੱਕ, ਇਹਦੇ ਅਰਥ ਬਣਦੇ ਨੇ ਇੱਕ ਨਾਮ ਬਹੁਵਚਨ ਦੇ ਵਿੱਚ। ਬਹੁਤ ਸਾਰੇ ਉਹ ਨੇ ਜਿਹੜੇ ਹੁਕਮ ਦੇ ਵਿੱਚ ਭੌਂਦੇ ਫਿਰਦੇ ਆ, ਚੱਕਰ ਦੇ ਵਿੱਚ ਪਏ ਹੋਏ ਨੇ। ਮਹਾਰਾਜ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੂੰ ਹੁਕਮ ਦੇ ਵਿੱਚ ਬਖਸ਼ਿਸ਼ਾਂ ਮਿਲਦੀਆਂ ਪਈਆਂ ਨੇ। ਇੱਥੇ ਇੱਕ ਦੇ ਅਰਥ ਬਹੁਵਚਨ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਣ ਜਿਹੜਾ ਇਹ ਆਖੇ ਕਿ ਮੈਂ ਹੁਕਮ ਨਹੀਂ ਮੰਨਦਾ, ਮਹਾਰਾਜ ਕਹਿੰਦੇ ਨੇ ਉਹ ਜੋ ਮਰਜ਼ੀ ਕਹੀ ਜਾਏ, ਪਰ ਹੁਕਮ ਜਿਹੜਾ ਹੈ ਉਹਦੇ ਉੱਤੇ ਵੀ ਲਾਗੂ ਹੈ। ਹੁਕਮ ਤੋਂ ਬਾਹਰ ਮਹਾਰਾਜ ਕਹਿੰਦੇ ਕੋਈ ਨਹੀਂ, ਬਾਹਰ ਹੁਕਮ ਨਾ ਕੋਏ, ਪਰ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਜਿਹੜਾ ਹੁਕਮ ਨੂੰ ਜਾਣ ਲੈਂਦਾ ਫਿਰ ਉਹ ਹੰਕਾਰ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਮੇਰੇ ਉੱਤੇ ਮੇਰਾ ਮਾਲਕ ਬੈਠਾ ਹੈ, ਮੇਰਾ ਹੁਕਮ ਨਹੀਂ ਚੱਲਣਾ, ਉਹਦਾ ਹੁਕਮ ਹਰ ਥਾਂ ਤੇ ਚੱਲਦਾ ਹੈ। ਇਸ ਤੋਂ ਅੱਗੇ ਇਹ ਹੁਕਮ ਹੀ ਜਿਹੜਾ ਹੈ ਨਾ, ਇਹਦੀ ਹੀ ਵਿਆਖਿਆ ਫਿਰ ਅਗਲੀ ਪੌੜੀ ਕਰਦੀ ਆ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਵਿੱਚ ਕਿਰਪਾ ਕਰਦੇ ਨੇ, ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ। ਉਹਦੇ ਅੱਗੇ ਝੁਕ ਜਾ ਜਿੰਦਾ ਹੁਕਮ ਸਾਰੀਆਂ ਥਾਵਾਂ ਤੇ ਚੱਲਦਾ ਹੈ। ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਾ, ਇੱਥੇ ਮਹਾਰਾਜ ਕਹਿੰਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਹਦੇ ਹੁਕਮ ਚ ਕੀ ਆ? ਮਹਾਰਾਜ ਜੀ ਦਾ ਉਹ ਸ਼ਲੋਕ ਪੜੋ, ਆਸਾ ਕੀ ਵਾਰ ਦੇ ਵਿੱਚ ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਰ ਕੱਢੇ ਵੇਗਾਰ, ਭੈ ਵਿੱਚ ਧਰਤੀ ਦਬੀ ਭਾਰ। ਇਹ ਸਾਰਾ ਜਿਹੜਾ ਭੈ ਹੈ ਇਹ ਹੁਕਮ ਹੀ ਹੈ। ਤੇ ਮਹਾਰਾਜ ਕਹਿੰਦੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ। ਇਹ ਸੂਰਜ, ਚੰਦ, ਤਾਰੇ, ਹਵਾ, ਨਦੀਆਂ ਵਗਦੀਆਂ ਹੋਈਆਂ, ਇਹ ਬਲਦੀ ਹੋਈ ਅੱਗ। ਮਹਾਰਾਜ ਕਹਿੰਦੇ ਕੋਈ ਵੀ ਐਸੀ ਵਸਤੂ ਨਹੀਂ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਮਹਾਰਾਜ ਕਹਿੰਦੇ ਭੈ ਹੁਕਮ ਸਾਰਿਆਂ ਦੇ ਸਿਰ ਤੇ ਲਿਖਿਆ ਹੋਇਆ ਹੈ। ਅੱਗੇ ਮਹਾਰਾਜ ਕਹਿੰਦੇ ਨੇ ਫਿਰ ਲੋਕ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਤੇਰੇ ਹੁਕਮ ਨੂੰ ਗਾਇਆ, ਉਹਨਾਂ ਨੇ ਤੇਰੀ ਵਡਿਆਈ ਕੀਤੀ। ਤੇ ਮਹਾਰਾਜ ਕਹਿੰਦੇ ਨੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ। ਤਾਨ ਨਾਲੇ ਨਾਲ ਉਚਾਰਨ ਕਰਨਾ ਹੈ ਤੇ ਪਹਿਲਾ ਵਿਸ਼ਰਾਮ ਜਿਹੜਾ ਹੈ ਉਹ ਗਾਵੇ ਕੋ ਤਾਨ ਤੇ ਆਉਣਾ ਹੈ। ਬਾਕੀ ਸਾਰੇ ਵਿਸ਼ਰਾਮ ਜਿਹੜੇ ਨੇ ਉਹ ਗਾਵੇ ਕੋ ਤੇ ਆਉਣਗੇ। ਮਹਾਰਾਜ ਕਹਿੰਦੇ ਨੇ ਗਾਵੇ ਕੋ ਤਾਨ। ਕਈ ਐਸੇ ਨੇ ਜਿਹੜੇ ਤੇਰੇ ਤੋਂ ਤਾਕਤ ਲੈ ਕਰਕੇ ਤੈਨੂੰ ਗਾਉਂਦੇ ਪਏ ਨੇ। ਗਾਵੇ ਕੋ ਤਾਨ ਹੋਵੇ ਕਿਸੇ ਤਾਨ
ਤੇ ਕੋਈ ਤੈਨੂੰ ਇਸ ਕਰਕੇ ਗਾਉਂਦਾ ਪਿਆ ਹੈ ਕਿ ਸਾਨੂੰ ਤੇਰੇ ਤੋਂ ਤਾਕਤ ਮਿਲ ਸਕੇ। ਮਹਾਰਾਜ ਕਹਿੰਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ। ਮਹਾਰਾਜ ਕੋਈ ਐਸੇ ਤੈਨੂੰ ਗਾਉਂਦੇ ਪਏ ਨੇ ਜਿਹੜਿਆਂ ਨੂੰ ਤੂੰ ਦਾਤਾਂ ਦੇ ਦਿੱਤੀਆਂ ਨੇ। ਵੈਸੇ ਤਾਂ ਬੰਦਾ ਇੰਨੇ ਦਾ ਸੁਭਾਅ ਆ ਜੀ। ਮਹਾਰਾਜ ਕਹਿੰਦੇ ਇਕਰਾਰੇ ਬਸ਼ਰ ਇੱਕ ਵਿਦਵਾਨ ਦੇ ਬਚਨ ਨੇ। इकरारे बशर सभी भूल गया, जो उधर कह के चला था वो इधर आके भूल गया। बंदा जो तोड़ते है ना, रब सानू तोड़िया धरती च उधर असी बड़े वादे किते कि असी चले असी तेन भुलांगे कदे नहीं, हमेशा याद रखांगे, हर साह नाल चेते करांगे। कोई भी ऐसा साह भी होएगा जो तू भुल जावे। और महाराज कहते इकरारे बशर विद्वान कहता इकरारे बशर ਉਹ ਜਿਹੜੇ ਇਕਰਾਰ ਕੀਤੇ ਸੀ, ਜਿਹੜੇ ਵਾਅਦੇ ਕੀਤੇ ਸੀ, सभी भूल गया, जो उधर कह के चला था वो इधर आके भूल गया। दिव छुटकी लगी तृष्णा माया अमर वरताया। सतगुरु महाराज सच्चे पातशाह कहते हैं कि बंदा ਦਾ ਸੁਭਾਅ ਬਣ ਜਾਂਦਾ ਹੈ, ਉਹਨੂੰ ਫਿਰ ਚੀਜ਼ਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਨੇ। ਦਾਤਾਂ ਉਹ ਪਿਆਰੀਆਂ ਲੱਗਦੀਆਂ ਨੇ, पर जेड़ा दातां देंदा पिया है वो चंगा नहीं लगता। सब कुछ अपना एक राम पराया। महाराज कहते ने दात प्यारी विसरिया दातारा। दातां चंगियां लगियां पर जिन्हें दातां दित्तियां उन्होंने भुल गया। सच्चे पातशाह महाराज कहते ने गावे को दात जाने निशान। जिवें जपजी साहिब दे नाल भी निशान शब्द लिखिया हुंदा सी, मोह लगनी, जय जयकार होनी, वडियाई होनी। सच्चे पातशाह महाराज तेरी निशानी नूं, तेरी भगती नूं लोग याद करके दात नूं याद करते ने, तेनू गाउंदे पए ने। गावे को गुण वडियाइयां चार। परमात्मा दी जेड़े तू गुण किसे दे विच भर देना है। कई लोग ਉਹ ਨੇ ਜਿਹੜੇ ਤੇਰੇ ਗੁਣਾਂ ਨੂੰ ਯਾਦ ਕਰਦੇ ਨੇ, ਤੇਰੀਆਂ ਦਿੱਤੀਆਂ ਵਡਿਆਈਆਂ ਨੂੰ ਯਾਦ ਕਰਕੇ ਤੇਰੇ ਅੱਗੇ ਸੀਸ ਝੁਕਾਉਂਦੇ ਨੇ। ਗਾਵੇ ਕੋ ਵਿਦਿਆ ਵਿਖਮ ਵਿਚਾਰ। बहुत सारे ऐसे कि जेड़े विखम विद्या, औखी तो औखी पढ़ाई जिहड़ी है, पुराने समय च की हुंदा सी कि जेड़े धार्मिक लोग हुंदे सी वो बहुत औखियां विद्या, जिन्हों व्याकरण कहना, जिन्हों वेद कहने, जिन्हों शास्त्र कहने। एक शायद तुहानूं पता होवे कि श्रीमान 108 जिहड़ा है ना लफ्ज, एक तुसीं अक्सर पढ़दे होवोगे, पंजाब जाओगे ना ते बहुते ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੇ ਨਾਮ ਦੇ ਨਾਲ ਸ਼੍ਰੀਮਾਨ 108 ਲੱਗਿਆ ਹੁੰਦਾ ਹੈ। ਇਹਦਾ 108 ਦਾ ਮਤਲਬ ਕੀ ਹੈ? ਸਿੱਖਾਂ ਦੇ ਵਿੱਚ ਵੈਸੇ 108 ਦੀ ਕੋਈ ਮਹਾਨਤਾ ਨਹੀਂ, ਕਿਉਂਕਿ ਇਹਦਾ 108 ਦਾ ਸੰਬੰਧ ਜਿਹੜਾ ਹੈ ਨਾ ਉਹ ਸਿੱਖਾਂ ਦੇ ਨਾਲ ਨਹੀਂ, ਉਹ ਸਨਾਤਨ ਧਰਮ ਦੇ ਨਾਲ ਹੈ। ਹਿੰਦੂ ਧਰਮ ਦੇ ਵਿੱਚ 108 ਗ੍ਰੰਥ ਨੇ, 4 ਵੇਦ ਨੇ, 6 शास्त्र ने, 27 सिमरतियां ने, 18 पुराण ने, उपनिषद ने। इन्हां टोटल सारियां दी गिनती जिहड़ी है वो 108 हो जाती है। जिन्हों कल्ले 4 वेद याद ने, जां जिहड़ा कल्ले 4 वेदां दी कथा जानदा सी उहनूं कहंदे सी बेदी। जिद्दां गुरु नानक देव महाराज बेदी सन, बेदी कुल चों ही खत्तरी बेदी सन। गुरु नानक देव महाराज जी दे बेदियां दे बारे फिर गुरप्रताप सूरज ग्रंथ दे विच ते गुरु गोबिंद सिंह महाराज दसम ग्रंथ विच लिखते हैं, तीन बेदियां की कुल विखे प्रगटे नानक राय। वेद पढ़े से बेदी कहाए। जिन्हां ने वेदां दा पाठ कीता वो बेदी बन गए, उन्हां नूं बेदी कहना शुरू कर दिता। हुण इह की सी कि जिहड़ा कोई धर्म ग्रंथ पढ़दा सी, जिवें किसी ने 4 वेद पढ़ लए उन्हां नूं बेदी कह दिता। पर कई ऐसे विद्वान सन, गावे को विद्या विखम विचार। उन्होंने 4 वेद भी पढ़ ले, 6 शास्त्र भी पढ़े, उन्होंने फिर उपनिषद भी पढ़ ले, उन्होंने 27 सिमरतियां भी पढ़ लिया। उन्होंने जेड़े सारे 108 ग्रंथ सी सारे दे सारे पढ़े ते उन्हां दी विचार करन जोगे बन गए। भाव सीधे चलो सौखे शब्द पढ़ो कि 108 ग्रंथां दे ਉਹ कथावाचक बन गए, ਉਹਨਾਂ ਨੂੰ 108 ਗ੍ਰੰਥ ਆਉਂਦੇ ਨੇ। ਤੇ ਇਹ ਇੱਕ ਉਹ ਧਰਮ ਦੀ ਦੁਨੀਆ ਵਿੱਚ ਇੱਕ ਅਹੁਦਾ ਹੁੰਦਾ ਸੀ ਕਿ ਜਿਹਨੂੰ 108 ਗ੍ਰੰਥ ਆਉਂਦੇ ਹੋਣ ਉਹਨੂੰ ਕਹਿੰਦੇ ਸੀ ਸ਼੍ਰੀਮਾਨ 108।
महाराज कहते हैं कि गावे को विद्या विखम विचार। बहुत सारे ऐसे विद्वान ने जिहड़े विखम तरह की विद्या जिहड़ी है औखी तो औखी विद्या ਉਹਨੂੰ पढ़ के उनकी विचार करते हैं, विद्या की विचार करते हैं। गावे को साज करे तन खे। एक ना समझ इस गल की लगी कि परमात्मा का हुक्म हुंदा है ते वो साजना करता है। आप ही ने आप साजियो, आप ही ने रचियो नाम, दोई कुदरत साजिए कर आसन डिठो चाओ। महाराज कहते ने साज करे, उन्हें सृष्टि साजी। इनू आपां पिछे पढ़िया जी हुक्मी होवन आकार। इत्थे यह है महाराज कहते साज करे, उत्थे कहते ने आकार। महाराज कहते तन खे। रब पहलों तन नूं साजदा है। एक छोटे जे रंचक मात्र महाराज कहते रंचक रेत खेत तन निर्मत दुर्लभ दे स्वार्थ। ये उनकी रचना कि छोटे जे सैल तो ह्यूमन बॉडी तैयार कर दिंदा है। पर महाराज कहते बनाउण लग्गिया भी छिन लाउंदा है ते ढाउण लग्गिया भी छिन लाउंदा है। गावे को साज करे तन खे। ते इत्थे जिहनूं खे है नहीं पाठ करना। एक तां हाजे नूं सिहारी नहीं लाउणी, बिल्कुल मुक्ता है। खे साज करे तन के वो शरीर साजदा भी ते शरीरां नूं मिट्टी कर दिंदा है। गावे को जी लै फिर देह। वो जीवां नूं जिंद दिंदा पिया है, वो जीवां दे विचों जिंद कढदा पिया। जिहनूं मूल मंत्र च असीं एक ओंकार पढ़िया। सच्चे पातशाह महाराज कहंदे ने गावे को जापै दिसै दूर। कई रब जी तेनों एवें गाउंदे आ कि तू बहुत दूर है, किते सतवें आसमान ते बैठा है, किते पताल दे विच बैठा है। गावे को वेखै हादरा हदूर। ते कई तेनों इउं गाउंदे पए ने कि तू बड़ा नेड़े है, तू कोल बैठा है, इन्ना नेड़े है। कहो रविदास हाथ पै नेड़े सहजे होए सो होए। तू हाथ तो भी नेड़े है। कथना कथी ना आवे तोड़। इन्हें टोट नहीं कहना, तत्ते नाल तोड़ शब्द बोलना है। जिन्हां ने तेरी विचार कीती, तेनू कथया, तेरे बारे लिख दिता, तेरे बारे ग्रंथ लिख दिते, विचारा कर करके थक गए। महाराज कहते फिर भी तोटा नहीं आया, फिर भी कथया नहीं गया। कथ कथ कथी कोटी कोट कोट। अनगिनत ने जिन्हां ने तेरी विचार कीती, तेरी विचार करके चले गए। ते अनगिनत ने वो जिहड़े तेरे विचार करी जाते हैं। कथ कथ कथी कथन दे पए ने, कथा करते पे ने, विचार करी जाते ने, लिखी जा रहे हैं तेरे बारे। पर महाराज कहते ने उन्हां दी गिनती कोटी कोट कोट अनगिनत ने, गिनती नहीं कही जा सकती। महाराज अगे कहते ने दिंदा दे लैंदे थक पाहे। रब देखो कितना चिर तो सृष्टि बनी, किन्ने जीव जंत ने। असीं किसी नूं 10 दिन नहीं खवा सकते। जे कोई 10 दिन खवा भी लवे तो बाद में सोचता है कि हुण आप किथों खाना। महाराज कहते हे परमात्मा तू दिंदा दे, तू दई जा रहा है ते लैण वाले तां थक जाते ने। तू दाता दिंदियां नहीं थकदा। साडे घर तो आटा थोड़ी मुक जाता है, साडा मूंह ही थक जाता है कि हुण खादा नहीं जाना। उन्हें जो कुछ दाता दित्तियां वो असीं लैके थक जाने आ, पर वो दाता जिहड़ा है वो दाता दिंदियां नहीं थकदा। सच्चे पातशाह महाराज कहते ने दिंदा दे लैंदे थक पाहे। जुगा जुगंतर खाही खाहे। जुगा जुगंतरां तो लंबे समय तो ये दाता मंडी जा रहा है। इन्ना वड्डा दाता है कि उनके भंडारे कभी मुकदे नहीं। दद्दा दाता एक है, सबको देवनहार देंदे कोट न आवे। अगंत भरे भंडार उनके भंडारे। तुसी ग्रोसरी लैन वास्ते जाओ तो किन्ने चिर दी लैके आउंदे हो? महीने दी लैके आउंदे होगे ना। जे कोविड चलिया सी ते कईयां ने 6-6 महीने दी भी लै आंदी होनी है कि पता नहीं अगे जाके किवें दा माहौल होवे। 6 महीने तो बाद विच भंडारे साडे खाली हो गए। जिन्ना लिआंदा सी उन्ना खाता गया, मुक गया, फिर लिआउणा पै गया। महाराज पातशाह कहते ने तेरे भंडारे जुगां तो भरे ने, जुगां तो तू वंडदा होना है, पर फिर भी वो मुकदे कभी नहीं। जुगां जुगंतर खाही खाहे। अगे महाराज कहते ने हुक्मी हुक्म चलाए राह। इनू राह हो नहीं कहना। हाहे नू औंकड़ लगी है, घोड़ा नहीं लग्या। जे घोड़ा इनू कहते ने लघु मात्रा औंकड़ नू राह। इनू एवें उच्चारण करीदा राह। जे राह हो कवांगे ते घोड़े दी आवाज दवेगा। हुक्मी हुक्म
ਚਲਾਏ ਰਾਹ। ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਹੈ ਜਿਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ। ਨਾਨਕ ਵਿਗਸੈ ਵੇ ਪ੍ਰਵਾਹ। ਵੇ ਪ੍ਰਵਾਹ ਉਹ ਵੀ ਨਹੀਂ ਬੋਲਣਾ, ਵੇ ਪ੍ਰਵਾਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਫਿਰ ਉਹ ਦਾਤਾਂ ਵੰਡਦਿਆਂ ਹੋਇਆਂ, ਜਿਵੇਂ ਬੰਦੇ ਦਾ ਸੁਭਾਅ ਹੈ ਨਾ ਕਿ ਕਿਸੇ ਨੂੰ ਦੇ ਕੇ ਤੇ ਦੁਖੀ ਹੋ ਜਾਂਦਾ ਹੈ ਕਿ ਫਿਰ ਮੰਗਣ ਆ ਗਿਆ, ਪਰ ਕਹਿੰਦੇ ਰੱਬ ਦਾ ਸੁਭਾਅ ਐਸਾ ਹੈ ਕਿ ਉਹ ਦਾਤਾਂ ਦੇ ਕੇ ਤੇ ਖੁਸ਼ ਹੁੰਦਾ ਹੈ। ਉਹ ਜ਼ਮੀਨ ਕੋ ਦੇਤ ਜਮਾਨ ਕੋ ਦੇਤ, ਉਹ ਨੀਵੇਂ ਨੂੰ ਦਿੰਦਾ ਹੈ, ਉਹ ਅਮੀਰ ਨੂੰ ਦੇ ਦਿੰਦਾ। ਇੱਥੋਂ ਤੱਕ ਕਿ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਔਗਣ ਵੀ ਵੇਖ ਲੈਂਦਾ ਹੈ। ਉਹ ਚੋਰ ਨੂੰ ਵੀ ਦਿੰਦਾ ਪਿਆ ਹੈ, ਉਹ ਠੱਗ ਨੂੰ ਵੀ ਰੋਟੀ ਦਿੰਦਾ ਪਿਆ ਹੈ। ਇੱਕ ਦਿਨ ਕਹਿੰਦੇ ਨੇ ਹਜ਼ਰਤ ਈਸਾ ਜਿਹੜੇ ਸਨ ਨਾ, ਹਜ਼ਰਤ ਮੂਸਾ, ਉਹਨਾਂ ਨੂੰ ਰੱਬ ਨੇ ਤਾਕਤ ਦੇ ਦਿੱਤੀ ਕਿ ਅੱਜ ਤੂੰ ਲੋਕਾਂ ਨੂੰ ਵੰਡਣਾ ਹੈ, ਤੂੰ ਲੋਕਾਂ ਨੂੰ ਰੋਟੀ ਖਵਾ। ਉਹਦੇ ਘਰ ਦੇ ਵਿੱਚ ਆਇਆ, ਉਹਨੇ ਸਾਹਮਣੇ ਬਿਠਾਇਆ, ਸਾਹਮਣੇ ਬਿਠਾ ਕਰਕੇ ਉਹਨੇ ਪ੍ਰਸ਼ਾਦਾ ਰੱਖ ਦਿੱਤਾ। ਕਹਿੰਦਾ ਬੜਾ ਚੰਗਾ ਕੀਤਾ, 4 ਦਿਨ ਹੋ ਗਏ ਸੀ ਮੈਂ ਭੁੱਖਾ ਸਾਂ। ਜਦੋਂ ਬੁਰਕੀ ਤੋੜਨ ਲੱਗਿਆ ਉਹਨੇ ਬਾਂਹ ਫੜ ਲਈ ਹਜ਼ਰਤ ਮੂਸਾ ਨੇ। ਕਹਿੰਦਾ ਕੀ ਕਰਨ ਲੱਗਿਆ? ਕਹਿੰਦਾ ਰੋਟੀ ਖਾਣ ਲੱਗਿਆ, ਮੈਨੂੰ ਭੁੱਖ ਲੱਗੀ ਸੀ। ਕਹਿੰਦਾ ਰੋਟੀ ਖਾਣ ਤੋਂ ਪਹਿਲਾਂ ਖੁਦਾ ਦਾ ਸ਼ੁਕਰਾਨਾ ਤੇ ਕਰ। ਉਹਨੇ ਬੁਰਕੀ ਰੱਖ ਕੇ ਥਾਲੀ ਪਾਸੇ ਕਰ ਦਿੱਤੀ। ਕਹਿੰਦਾ ਮੈਂ ਖੁਦਾ ਨੂੰ ਮੰਨਦਾ ਕੋਈ ਨਹੀਂ, ਮੈਂ ਨਹੀਂ ਮੰਨਦਾ ਕਿ ਰੱਬ ਹੈ। ਤੂੰ ਰੋਟੀ ਖਵਾਉਣਾ, ਤੇਰਾ ਸ਼ੁਕਰਾਨਾ ਕਰ ਸਕਦਾ, ਪਰ ਜਿਹਨੂੰ ਮੈਂ ਮੰਨਦਾ ਨਹੀਂ, ਦੇਖਿਆ ਨਹੀਂ, ਮੈਂ ਉਹਦਾ ਸ਼ੁਕਰਾਨਾ ਕਿਵੇਂ ਕਰਾਂ? ਹਜ਼ਰਤ ਮੂਸਾ ਨੇ ਥਾਲੀ ਚੁੱਕ ਲਈ। ਕਹਿੰਦੇ ਤੇਰੇ ਵਰਗੇ ਬੰਦੇ ਨੂੰ ਤੇ ਭੁੱਖਾ ਹੀ ਰਹਿਣਾ ਚਾਹੀਦਾ ਸੀ। ਉਹ ਉੱਠ ਕੇ ਚਲੇ ਗਿਆ। ਖੁਦਾ ਦੀ ਆਵਾਜ਼ ਆਈ, ਕਹਿਣ ਲੱਗਾ ਦੇਖ ਇਹ ਇੰਨੇ ਸਾਲ ਭੁੱਖਾ ਨਹੀਂ ਮਰਿਆ, ਮੈਂ ਇਹਨੂੰ ਇੰਨੇ ਸਾਲ ਰੋਟੀ ਦਿੱਤੀ, ਮੈਂ ਇਹਦੇ ਦੁੱਖ ਵੀ ਦੇਖਿਆ। ਇਹਨੇ ਕਿਹਾ ਕਿ ਰੱਬ ਹੈ ਨਹੀਂ, ਮੈਂ ਤਾਂ ਵੀ ਰੋਟੀ ਦੇਈ ਜਾਂਦਾ ਸੀ। ਤੈਨੂੰ ਇੱਕ ਦਿਨ ਦਿੱਤਾ ਅਧਿਕਾਰ, ਤੂੰ ਇੱਕ ਦਿਨ ਦੇ ਵਿੱਚ ਇਹਨੂੰ ਭੁੱਖਾ ਰੱਖ ਦਿੱਤਾ। ਬੰਦਾ ਮੁੱਕਰ ਜਾਂਦਾ ਹੈ ਨਾ, ਬੰਦਾ ਬੰਦੇ ਨੂੰ ਦੇ ਕੇ ਕਹੇਗਾ ਜੀ ਕਿਉਂ ਦੇਣੀ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਵਿਗਸੈ ਬੇਪਰਵਾਹ। ਉਹ ਬੇਪਰਵਾਹ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ। ਕਹਿੰਦੇ ਉਹ ਜਦੋਂ ਦਾਤਾਂ ਦਿੰਦਾ ਹੈ ਫਿਰ ਉਹ ਖੁਸ਼ ਹੁੰਦਾ ਹੈ, ਉਹ ਨਾਰਾਜ਼ ਨਹੀਂ ਹੁੰਦਾ। ਉਹ ਵੇਖ ਕੇ ਝੋਲੀਆਂ ਭਰ ਕੇ ਉਹ ਹੋਰ ਖੁਸ਼ ਹੁੰਦਾ ਕਿ ਹੋਰ ਦਿੰਦਾ ਪਿਆ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹ ਦਾਤਾਂ ਲੈ ਕੇ ਸ਼ੁਕਰਾਨਾ ਕਰਨਾ ਹੈ ਤੇ ਸ਼ੁਕਰਾਨਾ ਕਰਦਿਆਂ ਹਮੇਸ਼ਾ ਹੁਕਮ ਦੇ ਵਿੱਚ ਰਹਿਣਾ। 3 ਪੌੜੀਆਂ ਤੱਕ ਵਿਚਾਰ ਜਿਹੜੀ ਹੈ ਸੰਪੂਰਨ ਹੋਈ ਹੈ। 2 ਮਿੰਟ ਵਾਸਤੇ ਲਾਓ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਫਿਰ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਗੁਰੂ ਕਿਰਪਾ ਕਰਾਏ ਕੱਲ ਤੋਂ ਜਿਵੇਂ ਅੱਗੇ ਵਿਚਾਰ ਜਿਵੇਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰੀ ਜਾਣਗੇ ਹੋਵੇ। ਕੱਲ ਦਾ ਦਿਨ ਤੇ ਸ਼ਾਇਦ ਹੋਣੀ ਵੀ ਸ਼ੁੱਕਰ ਤੇ ਸ਼ਨੀਵਾਰ, ਐਤਵਾਰ ਨੂੰ ਫਿਰ ਆਪਾਂ ਸ਼ਾਮ ਨੂੰ ਅਗਲੀਆਂ ਪੌੜੀਆਂ ਦੀ ਵਿਚਾਰ ਕਰਾਂਗੇ ਜੀ। ਹੋਈਆਂ ਬਿਲਕੁਲਾਂ ਦੀ ਖਿਮਾ। ਆਓ ਜਪੀਏ ਜੀ ਵਾਹਿਗੁਰੂ 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 ਵਾਹਿਗੁਰੂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਜਪਿਆ ਸੁਣਿਆ ਸੰਗਤ ਕੀਤੀ, ਕਦਮ ਕਦਮ ਆਇਆ ਲੇਖੇ ਵਿੱਚ ਲਾ ਦੇਣ। ਗੁਰੂ ਕਿਰਪਾ ਕਰੇ ਜੀ। ਬੋਲਦਿਆਂ
ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਾਰੀ ਸੰਗਤ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਅਰਦਾਸ ਕਰਿਓ ਆਪਣੇ ਵਾਸਤੇ, ਦਾਸ ਵਾਸਤੇ ਵੀ ਕਿ ਗੁਰੂ ਕਿਰਪਾ ਕਰੇ। ਮਹਾਰਾਜ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ। ਬਲਾਵਤੀ ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ